ਕੈਪਟਨ ਅਮਰਿੰਦਰ ਸਿੰਘ ਫੌਜੀ ਰਿਹਾ। ਇਸੇ ਕਾਰਨ ਪੰਜਾਬ ਦੇ ਲੋਕ ਉਸ 'ਤੇ ਇਹ ਭਰੋਸਾ ਰੱਖਦੇ ਹਨ ਕਿ ਉਹ ਝੂਠ ਨਹੀਂ ਬੋਲੇਗਾ ਡੰਡੀ। ਪਰੰਤੂ ਉਹ ਫੌਜ ਤੋਂ ਬਾਅਦ ਸਿਆਸਤਦਾਨ ਬਣ ਗਿਆ ਹੈ। ਇਸ ਲਈ ਸਿਆਸੀ ਆਗੂ ਵਾਲੇ ਗਪੌੜ ਤੇ ਝੂਠ ਹੁਣ ਉਸ 'ਚੋਂ ਸਹਿਜ ਸੁਭਾਅ ਹੀ ਪੈਦਾ ਹੋ ਗਏ ਹਨ ਡੰਡੀ। 2016 'ਚ ਉਸਨੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਸ਼ੁਰੂ ਕਰਨ ਵੇਲੇ ਬਠਿੰਡੇ ਵੱਡੀ ਰੈਲੀ ਕੀਤੀ ਸੀ ਅਤੇ ਇਸੇ ਰੈਲੀ 'ਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਪਵਿੱਤਰ ਪਾਵਨ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ 'ਚੋਂ ਨਸ਼ੇ ਨੂੰ ਅਤੇ ਭ੍ਰਿਸ਼ਟਾਚਾਰ ਨੂੰ 4 ਹਫ਼ਤਿਆਂ 'ਚ ਖਤਮ ਕਰ ਦੇਵੇਗਾ ਡੰਡੀ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦੇਵੇਗਾ ਡੰਡੀ। ਹੁਣ ਆਪਣੀ ਸਰਕਾਰ ਦਾ 4 ਸਾਲ ਦਾ ਰਿਪੋਰਟ ਕਾਰਡ ਦਿੰਦਿਆਂ ਕੈਪਟਨ ਨੇ ਜਿੱਥੇ 85-86% ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਇਹ ਵੀ ਗਪੌੜਾ ਮਾਰ ਦਿੱਤਾ ਹੈ ਕਿ ਉਸਨੇ ਪੰਜਾਬ 'ਚ ਨਸ਼ਿਆਂ ਨੂੰ 4 ਹਫ਼ਤੇ 'ਚ ਖਤਮ ਕਰਨ ਦੀ ਨਹੀਂ ਸਗੋਂ ਲੱਕ ਤੋੜਨ ਦੀ ਸਹੁੰ ਖਾਧੀ ਸੀ ਡੰਡੀ। ਉਹ ਪੂਰੀ ਕਰ ਦਿੱਤੀ ਗਈ ਹੈ ਡੰਡੀ। ਕੈਪਟਨ ਦੀ ਜੇ ਮੰਨ ਵੀ ਲਈਏ ਕਿ ਉਸਨੇ ਨਸ਼ਿਆਂ ਨੂੰ 4 ਹਫ਼ਤੇ 'ਚ ਖਤਮ ਕਰਨ ਦਾ ਨਹੀਂ ਸਗੋਂ ਲੱਕ ਤੋੜਨ ਦੀ ਸਹੁੰ ਖਾਧੀ ਸੀ, ਪਰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਲੱਕ ਤੋੜਨ ਦਾ ਆਖਰ ਅਰਥ ਕੀ ਹੈ? ਪ੍ਰਸ਼ਨ ਚਿੰਨ੍ਹ। ਲੱਕ ਤੋੜਨ ਦਾ ਅਰਥ ਕਿਸੇ ਨੂੰ ਤੁਰਨ ਫਿਰਨ ਤੋਂ ਨਕਾਰਾ ਕਰਨਾ ਮੰਨਿਆ ਜਾਂਦਾ ਹੈ ਡੰਡੀ। ਪਰੰਤੂ ਪੰਜਾਬ 'ਚ ਅੱਜ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਆਏ ਦਿਨ ਸਿਵੇ ਬਲ ਰਹੇ ਹਨ। ਕਿਸੇ ਸ਼ਹਿਰ ਕਸਬੇ ਪਿੰਡ 'ਚ ਚਿੱਟਾ ਸ਼ਰੇਆਮ ਮਿਲ ਰਿਹਾ ਹੈ ਡੰਡੀ। ਜੇ ਇਸ ਨੂੰ ਲੱਕ ਤੋੜਨਾ ਕਹਿੰਦੇ ਹਨ, ਫਿਰ ਧੜੱਲੇ ਨਾਲ ਵਿਕਣਾ ਕਿਸ ਨੂੰ ਆਖਿਆ ਜਾਵੇਗਾ? ਪ੍ਰਸ਼ਨ ਚਿੰਨ੍ਹ। ਪੰਜਾਬ 'ਚ ਨਸ਼ਾ ਮਾਫੀਆ ਅੱਜ ਵੀ ਦਨ ਦਨਾਉਂਦਾ ਫਿਰ ਰਿਹਾ ਹੈ ਡੰਡੀ। ਪਰ ਨਸ਼ੇ ਦੇ ਉਹ ਸੁਦਾਗਰ ਜਿਹੜੇ ਨਸ਼ਾ ਮਾਫੀਆ ਕੱਲ੍ਹ ਵੀ ਚਲਾਉਂਦੇ ਸਨ, ਅੱਜ ਵੀ ਚਲਾ ਰਹੇ ਹਨ ਡੰਡੀ। ਕਾਲੀ ਕਮਾਈ 'ਚ ਕਿਸ ਕਿਸ ਦੀ ਹਿੱਸਾ ਪੱਤੀ ਹੈ, ਇਹ ਖੁਲਾਸੇ ਖੁੱਲ੍ਹੇ ਆਮ ਹੋ ਚੁੱਕੇ ਹਨ ਕਿ ਅੱਜ ਵੀ ਪੁਲਿਸ ਜ਼ਿਲ੍ਹਿਆਂ ਤੇ ਪੁਲਿਸ ਥਾਣਿਆਂ ਦੀ ਬੋਲੀ ਨਹੀਂ ਲੱਗਦੀ। ਪ੍ਰਸ਼ਨ ਚਿੰਨ੍ਹ। ਜਦੋਂ ਕੁੱਤੀ ਚੋਰਾਂ ਨਾਲ ਰਲੀ ਹੀ ਹੈ, ਫਿਰ ਘਰ ਦੀ ਰਾਖੀ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ? ਪ੍ਰਸ਼ਨ ਚਿੰਨ੍ਹ। ਨਸ਼ਿਆਂ ਦੇ ਖਾਤਮੇ ਦੀ ਨਹੀਂ, ਉਹਨਾਂ ਦਾ ਲੱਕ ਤੋੜਨ ਦਾ ਕੈਪਟਨ ਦਾ ਦਾਅਵਾ ਕਿੰਨਾ ਕੁ ਸੱਚ ਹੈ? ਇਸ ਬਾਰੇ ਸੂਬੇ ਦੇ ਲੋਕਾਂ ਤੋਂ ਵਧੇਰੇ ਜਿਨ੍ਹਾਂ ਮਾਪਿਆਂ ਦੇ ਨੌਜਵਾਨ ਪੁੱਤ ਨਸ਼ੇ ਦੀ ਵੱਧ ਮਾਤਰਾ ਕਾਰਨ ਬਾਂਹ 'ਚ ਸਰਿੰਜ ਨਾਲ ਹੀ ਮੌਤ ਦੀ ਗੋਦੀ ਜਾ ਬੈਠੇ, ਦੱਸ ਸਕਦੇ ਹਨ ਕਿ ਕਿਹੜੇ ਨਸ਼ੇ ਮਾਫੀਏ ਦਾ ਲੱਕ ਤੋੜਿਆ ਗਿਆ ਹੈ? ਪ੍ਰਸ਼ਨ ਚਿੰਨ੍ਹ। ਜਿਹੜਾ ਮੁੱਖ ਮੰਤਰੀ ਆਪ ਵੀ ਸਹੁੰ ਨੂੰ ਤੋੜਨ ਮਰੋੜਨ ਲੱਗ ਪਿਆ ਹੈ ਡੰਡੀ। ਸ਼ਬਦਾਂ ਦੀ ਹੇਰ ਫੇਰ ਕਰ ਰਿਹਾ ਹੈ, ਉਸਦੇ ਬਾਕੀ ਦਾਅਵਿਆਂ 'ਤੇ ਭਰੋਸਾ ਕਿਵੇਂ ਕੀਤਾ ਜਾਵੇ? ਪ੍ਰਸ਼ਨ ਚਿੰਨ੍ਹ। ਨਸ਼ਿਆਂ ਬਾਰੇ ਤਾਂ ਲੱਕ ਤੋੜਨ ਦਾ ਬਹਾਨਾ ਅੜ
ਲਿਆ ਹੈ। ਪਰੰਤੂ ਭ੍ਰਿਸ਼ਟਾਚਾਰ ਬਾਰੇ ਤਾਂ ਕੈਪਟਨ ਨੇ ਸਾਫ਼ ਆਖਿਆ ਸੀ ਕਿ ਇਸ ਨੂੰ ਖਤਮ ਕਰ ਦਿਆਂਗਾ ਡੰਡੀ। ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ? ਪ੍ਰਸ਼ਨ ਚਿੰਨ੍ਹ। ਕੈਪਟਨ ਇਸ ਵਾਅਦੇ ਦੀ ਪੂਰਤੀ ਦਾ ਜਵਾਬ ਦੇਣਗੇ ਡੰਡੀ। ਜਿਹੜੀਆਂ 2-4 ਮੱਛੀਆਂ ਜਾਂ ਇੱਕ ਅੱਧ ਮਗਰਮੱਛ ਰਿਸ਼ਵਤ ਲੈਂਦੇ ਫੜੇ ਗਏ, ਉਹਨਾਂ ਦੀ ਗਿਣਤੀ ਦੱਸ ਦਿੱਤੀ ਜਾਵੇਗੀ ਡੰਡੀ। ਪਰੰਤੂ ਸਰਕਾਰੀ ਦਫ਼ਤਰਾਂ, ਪੁਲਿਸ ਕਚਹਿਰੀਆਂ 'ਚ ਕਿਸੇ ਤਰ੍ਹਾਂ ਧੜੱਲੇ ਨਾਲ ਰਿਸ਼ਵਤ ਲਈ ਜਾਂਦੀ ਹੈ ਡੰਡੀ। ਸਮੁੱਚਾ ਪੰਜਾਬ ਆਪਣੇ ਪਿੰਡੇ 'ਤੇ ਹੰਢਾ ਰਿਹਾ ਹੈ ਡੰਡੀ। ਬੇਅਦਬੀ ਕਾਂਡ ਦੇ ਦੋਸ਼ੀ ਕਿਹੜੀ ਜੇਲ੍ਹ 'ਚ ਨਹੀਂ, ਲੋਕਾਂ ਨੂੰ ਸਿੱਟ ਤੇ ਅਦਾਲਤ ਦੇ ਚੱਕਰਵਿਊਹ 'ਚ ਵੀ ਫਸਾ ਰੱਖਿਆ ਗਿਆ ਹੈ ਡੰਡੀ। ਰੋਸ ਪ੍ਰਾਪਤੀ ਕੋਈ ਨਹੀਂ ਇਹੋ। ਸਟਾਰਟ। ਭਾਰਤ ਪਹਿਲੇ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਡੰਡੀ। ਫਿਰ ਇਹ ਨਾਮੁਰਾਦ ਬਿਮਾਰੀ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਡੰਡੀ। ਆਪਣੇ ਆਪ ਨੂੰ ਖੱਬੀ ਖਾਨ ਕਹਾਉਣ ਵਾਲੇ ਅਮਰੀਕਾ ਵਰਗੇ ਦੇਸ਼ਾਂ ਦੀ ਅਰਥ ਵਿਵਸਥਾ ਬਹੁਤ ਪ੍ਰਭਾਵਿਤ ਹੋਈ ਹੈ ਡੰਡੀ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ ਡੰਡੀ। ਕਰੋਨਾ ਕਾਰਨ ਸਾਰੇ ਕੰਮ ਕਾਜ ਠੱਪ ਹੋ ਚੁੱਕੇ ਸਨ ਡੰਡੀ। ਜੇ ਥੋੜ੍ਹੇ ਬਹੁਤ ਕੰਮ ਕਾਜ ਚੱਲੇ ਵੀ ਹਨ, ਉੱਥੇ ਦਿਹਾੜੀਦਾਰ ਨੂੰ 300 ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲ ਰਹੀ ਹੈ ਡੰਡੀ। ਕਾਫੀ ਲੰਮੇ ਸਮੇਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ ਡੰਡੀ। ਮਹਿੰਗਾਈ ਆਸਮਾਨ ਛੂ ਰਹੀ ਹੈ ਡੰਡੀ। ਨਵੰਬਰ ਮਹੀਨੇ ਮਾਰਕੀਟ ਵਿੱਚ ਆਲੂ 40-50 ਰੁਪਏ ਕਿਲੋ ਵਿਕਿਆ ਡੰਡੀ। ਪਿਆਜ਼ ਤਾਂ ਹਮੇਸ਼ਾ ਹੀ ਹੰਝੂ ਕਢਵਾਉਂਦਾ ਰਿਹਾ ਹੈ ਡੰਡੀ। ਕਿਸੇ ਵੀ ਹਰੀ ਸਬਜ਼ੀ 'ਤੇ ਹੱਥ ਨਹੀਂ ਟਿਕਦਾ ਡੰਡੀ। ਫਲ ਫਰੂਟਾਂ ਦੀ ਤਾਂ ਗੱਲ ਹੀ ਨਾ ਕਰੋ ਡੰਡੀ। ਫਰਵਰੀ ਮਹੀਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ 3 ਵਾਰ ਕੀਮਤਾਂ ਵਧੀਆਂ ਡੰਡੀ। 800 ਤੋਂ ਉੱਪਰ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ ਡੰਡੀ। ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ ਡੰਡੀ। ਤਕਰੀਬਨ 15 ਦਿਨਾਂ ਤੋਂ ਲਗਾਤਾਰ ਕੀਮਤਾਂ ਵੱਧ ਰਹੀਆਂ ਹਨ ਡੰਡੀ। 100 ਰੁਪਏ ਦੇ ਨੇੜੇ ਪੈਟਰੋਲ ਹੋਣ ਵਾਲਾ ਹੈ ਡੰਡੀ। ਗਵਾਂਢੀ ਦੇਸ਼ਾਂ ਵਿੱਚ ਆਪਣੇ ਦੇਸ਼ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ ਡੰਡੀ। ਵੱਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ ਡੰਡੀ। ਭਰਾ ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ ਡੰਡੀ। ਆਮ ਜਨਤਾ ਦਾ ਜਿਉਣਾ ਦੁੱਭਰ ਹੋ ਗਿਆ ਹੈ ਡੰਡੀ। ਇੱਕ ਆਮ ਪਰਿਵਾਰ ਲਈ 250 ਰੁਪਏ ਦੀ ਸਬਜ਼ੀ ਰੋਜ਼ਾਨਾ ਆਉਂਦੀ ਹੈ ਡੰਡੀ। ਜੇ ਗਰੀਬ ਸਬਜ਼ੀਆਂ ਦਾਲਾਂ 'ਤੇ ਪੂਰੀ ਦਿਹਾੜੀ ਖਰਚ ਕਰ ਦੇਵੇਗਾ ਤਾਂ ਘਰ ਦੇ ਬਾਕੀ ਖਰਚੇ ਕਿਵੇਂ ਪੂਰੇ ਹੋਣਗੇ ਡੰਡੀ। ਰੋਟੀ, ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਅਹਿਮ ਜ਼ਰੂਰਤਾਂ ਹਨ ਡੰਡੀ। ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਹੋਣ ਡੰਡੀ। ਘਰ ਵਿੱਚ ਬਿਜਲੀ ਦਾ ਖਰਚ ਤੇ ਰਾਸ਼ਨ ਵੀ ਚਾਹੀਦਾ ਹੈ ਡੰਡੀ। ਸਰੋਂ ਦੇ ਤੇਲ, ਰਾਜਮਾ ਦਾਲਾਂ ਦੀ ਕੀਮਤਾਂ
ਪ੍ਰਸ਼ਨ ਚਿੰਨ੍ਹ ਵਿੱਚ ਕਾਫੀ ਵਾਧਾ ਹੋਇਆ ਹੈ। ਡੰਡੀ ਖਾਣ ਪੀਣ ਨੂੰ ਤਾਂ ਸਭ ਦਾ ਹੀ ਦਿਲ ਕਰਦਾ ਹੈ। ਡੰਡੀ ਬਦਕਿਸਮਤ ਜੇ ਘਰ ਵਿੱਚ ਕੋਈ ਬਿਮਾਰੀ ਆ ਜਾਵੇ ਫਿਰ ਡਾਕਟਰ ਦੀ ਫੀਸ ਕੌਣ ਭਰੇਗਾ। ਡੰਡੀ ਮਹਿੰਗਾਈ ਵਿੱਚ ਬਿਮਾਰੀ ਦਾ ਖਰਚਾ ਕਿੱਥੋਂ ਆਵੇਗਾ। ਡੰਡੀ ਬੱਚਿਆਂ ਦੀ ਸਕੂਲ ਦੀ ਫੀਸ ਵੀ ਭਰਨੀ ਹੈ। ਡੰਡੀ ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਦਿੱਤਾ ਹੈ। ਡੰਡੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਮਹਿੰਗਾਈ 'ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਡੰਡੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ। ਡੰਡੀ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਪਿਛਲੇ 6 ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਡੰਡੀ ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ ਪਾਉਣ ਲਈ ਸੋਚ ਵਿਚਾਰਨਾ ਚਾਹੀਦਾ ਹੈ। ਡੰਡੀ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ। ਡੰਡੀ ਕਿਉਂਕਿ ਮਹਿੰਗਾਈ ਦੀ ਮਾਰ ਆਮ ਆਦਮੀ 'ਤੇ ਬਹੁਤ ਜ਼ਿਆਦਾ ਪੈ ਰਹੀ ਹੈ। ਡੰਡੀ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਲਹਿਲ ਖੁਰਦ ਦੇ ਨਾਲ ਲੱਗਦੇ ਰਿਲਾਇੰਸ ਪੰਪ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਨੇ 170ਵੇਂ ਦਿਨ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਣਕ ਦੀ ਖਰੀਦ ਸੰਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਅਤੇ ਜ਼ਮੀਨ ਦਾ ਰਿਕਾਰਡ ਮੰਗਣ ਦੀ ਸ਼ਰਤ ਰੱਦ ਕਰਨ ਸੰਬੰਧੀ ਸੈਕਟਰੀ ਜਸਵੀਰ ਸਿੰਘ ਮਾਰਕੀਟ ਕਮੇਟੀ ਲਹਿਰਾ ਗਾਗਾ ਨੂੰ ਮੰਗ ਪੱਤਰ ਦਿੱਤਾ ਗਿਆ। ਡੰਡੀ ਭਾਰਤੀ ਖਾਦ ਨਿਗਮ ਵਿਭਾਗ ਵੱਲੋਂ ਕਣਕ ਦੀ ਖਰੀਦ ਸੰਬੰਧੀ ਬੇਲੋੜ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਡੰਡੀ ਅਸਲ ਵਿੱਚ ਇਹ ਸ਼ਰਤਾਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹਨ। ਡੰਡੀ 5 ਦਹਾਕਿਆਂ ਤੋਂ ਖਰੀਦ ਦੀਆਂ ਸਧਾਰਨ ਸ਼ਰਤਾਂ ਲੱਗੀਆਂ ਹੋਈਆਂ ਹਨ। ਡੰਡੀ ਪਰ ਇਹ ਨਵੀਆਂ ਸ਼ਰਤਾਂ ਸਰਕਾਰੀ ਖਰੀਦ ਸਿਸਟਮ ਨੂੰ ਤੋੜਨ ਦਾ ਇੱਕ ਹੋਰ ਹਮਲਾ ਹੈ। ਡੰਡੀ ਨਵੀਆਂ ਸ਼ਰਤਾਂ ਮੁਤਾਬਕ ਕਣਕ ਦਾ ਟੋਟਾ 4% ਤੋਂ ਘਟਾ ਕੇ 2% ਕਰ ਦਿੱਤਾ ਗਿਆ ਹੈ। ਡੰਡੀ ਇਸ ਵਾਰ ਖਰੀਦੀ ਜਾਣ ਵਾਲੀ ਕਣਕ ਦੀ ਖਰੀਦ ਲਈ ਨਵੀਂ ਸੈੱਲ ਦੀ ਧਾਰਾ 14% ਤੋਂ ਘਟਾ ਕੇ 12% ਕਰ ਦਿੱਤੀ ਗਈ ਹੈ। ਡੰਡੀ ਜਿਹੜਾ ਘੱਟਾ ਮਿੱਟੀ 14% ਤੱਕ ਹੈ ਉਹ 0% ਤੱਕ ਲਿਆਂਦਾ ਜਾ ਚੁੱਕਿਆ ਹੈ। ਡੰਡੀ ਇਹ ਸ਼ਰਤਾਂ ਅਸਲ ਵਿੱਚ ਇਹ ਸ਼ਰਤਾਂ ਕਣਕ ਦੀ ਖਰੀਦ ਨਾ ਕਰਕੇ MSP ਨੂੰ ਤੋੜਨ ਸਰਕਾਰੀ ਯਤਨ ਹੈ। ਡੰਡੀ ਆਗੂਆਂ ਨੇ ਸਰਕਾਰ ਦੇ ਫੈਸਲੇ ਨਿੰਦਣਯੋਗ ਅਤੇ ਤਰਕਹੀਣ ਕਿਹਾ ਹੈ ਅਤੇ ਇਸ ਦਾ ਸਖਤ ਵਿਰੋਧ ਕੀਤਾ ਗਿਆ। ਡੰਡੀ ਸਰਕਾਰੀ ਦਾਅਵਾ ਹੈ ਕਿ ਕਣਕ ਦੀ ਫਸਲ ਦੀ ਅਦਾਇਗੀ ਜ਼ਮੀਨ ਦੇ ਮਾਲਕ ਨੂੰ ਦੇਵਾਂਗੇ, ਜਦੋਂ ਕਿ ਧਰਾਤਲ 'ਤੇ ਸੱਚਾਈ ਇਹ ਹੈ ਕਿ ਸਿਰਫ 9 ਲੱਖ ਕਾਸ਼ਤਕਾਰ ਹਨ ਅਤੇ 16 ਲੱਖ ਕਾਸ਼ਤਕਾਰ 2 ਤੋਂ 3 ਕਿੱਲੇ ਵਾਲੇ ਹਨ, ਜਿਨ੍ਹਾਂ ਲਈ ਇੰਨੀ ਥੋੜ੍ਹੀ ਜ਼ਮੀਨ 'ਤੇ ਖੇਤੀ ਕਰਨੀ ਵਾਜਬ ਨਹੀਂ ਹੈ। ਡੰਡੀ ਉਹਨਾਂ ਨੂੰ ਮਸ਼ੀਨਰੀ ਅਤੇ ਹੋਰ
ਤਕਨੀਕ ਦੀ ਲੋੜ ਪੈਂਦੀ ਹੈ ਡੰਡੀ, ਜਿਸ ਕਰਕੇ ਮਜਬੂਰੀ ਵਸ ਹਿੱਸੇ ਠੇਕੇ 'ਤੇ ਦੇਣੇ ਪੈਂਦੇ ਹਨ ਡੰਡੀ। ਇਸ ਲਈ ਸਾਡੀ ਜ਼ੋਰਦਾਰ ਮੰਗ ਹੈ ਕਿ ਕਣਕ ਦੀ ਫਸਲ ਦੀ ਅਦਾਇਗੀ ਜ਼ਮੀਨ ਮਾਲਕਾਂ ਨੂੰ ਦੇਣ ਦੀ ਬਜਾਏ ਕਿਸਾਨ ਜੋ ਖੇਤ 'ਚ ਫਸਲ ਉਗਾਉਂਦਾ ਹੈ ਉਸ ਨੂੰ ਰਸਮੀ ਤਰੀਕੇ ਨਾਲ ਦਿੱਤੀ ਜਾਵੇ। ਨਹੀਂ ਤਾਂ ਸਾਡੇ ਚੱਲ ਰਹੇ ਸੰਘਰਸ਼ ਦੀ ਇਹ ਵੱਡੀ ਪੱਧਰ 'ਤੇ ਮੰਗ ਬਣੇਗੀ ਡੰਡੀ। ਵੱਡੀ ਪੱਧਰ 'ਤੇ ਪੰਜਾਬ 'ਚ ਉਥਲ ਪੁਥਲ ਹੋਏਗੀ, ਜਿਸ ਦੀ ਕੇਂਦਰ ਸਰਕਾਰ ਅਤੇ ਭਾਰਤੀ ਖਾਦ ਨਿਗਮ ਅਤੇ ਇਸ ਦੇ ਅਧਿਕਾਰੀ ਹੋਵੇਗੀ। FCI ਵੱਲੋਂ ਕਣਕ ਦੀ ਖਰੀਦ ਸੰਬੰਧੀ ਜ਼ਮੀਨ ਦਾ ਰਿਕਾਰਡ ਜਮ੍ਹਾਂ ਕਰਵਾਉਣ ਦੀਆਂ ਸ਼ਰਤਾਂ ਵੀ ਤੁਰੰਤ ਰੱਦ ਕੀਤੀਆਂ ਜਾਣ ਡੰਡੀ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਦੀਪ ਸਿੰਘ ਲਹਿਲ ਖੁਰਦ, ਸੁਖਦੇਵ ਸ਼ਰਮਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਜਗਦੀਪ ਸਿੰਘ ਲਹਿਲ ਖੁਰਦ, ਕਰਮਜੀਤ ਕੌਰ ਪੁਟਾਲ ਕਲਾਂ ਅਤੇ ਹੋਰ ਆਗੂ ਹਾਜ਼ਰ ਸਨ ਡੰਡੀ। ਸਟਾਰਟ। ਕਿਸਾਨਾਂ ਨੇ ਪੱਛਮੀ ਬੰਗਾਲ ਦੇ ਬਹੁ ਚਰਚਿਤ ਹਲਕੇ ਨੰਦੀਗ੍ਰਾਮ ਅਤੇ ਰਾਜਧਾਨੀ ਕੋਲਕਾਤਾ 'ਚ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੋਟ ਨਾ ਪਾਉਣ ਡੰਡੀ। ਸੰਯੁਕਤ ਕਿਸਾਨ ਮੋਰਚੇ ਦੀਆਂ ਹੋ ਰਹੀਆਂ ਮਹਾਪੰਚਾਇਤਾਂ ਤੋਂ ਪਤਾ ਚੱਲ ਰਿਹਾ ਹੈ ਕਿ ਕਿਸਾਨਾਂ ਦੀ ਆਵਾਜ਼ ਹੁਣ ਪੱਛਮੀ ਬੰਗਾਲ ਵਿੱਚ ਵੀ ਗੂੰਜ ਰਹੀ ਹੈ ਡੰਡੀ। ਪਰ ਦੂਜੇ ਪਾਸੇ ਭਾਜਪਾ ਦਾ ਇਰਾਦਾ ਕਿਸਾਨਾਂ ਅਤੇ ਉਹਨਾਂ ਦੇ ਅੰਦੋਲਨ ਨੂੰ ਕੁਚਲਣਾ ਹੈ ਡੰਡੀ। ਕਿਸਾਨਾਂ ਦਾ ਸਾਫ਼ ਸ਼ਬਦਾਂ ਵਿੱਚ ਕਹਿਣਾ ਹੈ ਕਿ ਕੇਂਦਰ ਸਰਕਾਰ ਲੁਟੇਰਿਆਂ ਦੀ ਸਰਕਾਰ ਬਣ ਚੁੱਕੀ ਹੈ ਡੰਡੀ। ਜਦੋਂ ਕੰਪਨੀਆਂ ਸੰਸਦ ਚਲਾਉਣਗੀਆਂ ਤਾਂ ਅਜਿਹੀਆਂ ਸਰਕਾਰਾਂ ਗੱਲਬਾਤ ਕਿਵੇਂ ਕਰ ਸਕਦੀਆਂ ਹਨ ਡੰਡੀ। ਕੰਪਨੀਆਂ ਤਾਂ ਵਪਾਰ ਕਰਦੀਆਂ ਹਨ ਜੋ ਕਿ ਹਰ ਖੇਤਰ ਨੂੰ ਤਬਾਹ ਕਰ ਦੇਣਗੀਆਂ ਡੰਡੀ। ਜਿਸ ਦੇਸ਼ ਦੀ ਰੇਲ ਗੱਡੀ ਦੇ ਰੂਟ ਤੱਕ ਵਿਕ ਜਾਣ, ਏਅਰਪੋਰਟ ਵਿਕ ਜਾਣ, ਫਿਰ ਉੱਥੋਂ ਕੀ ਮਿਲ ਸਕਦਾ ਹੈ ਡੰਡੀ। ਕਰੋਨਾ ਦਾ ਤਾਂ ਐਵੇਂ ਹੀ ਬਹਾਨਾ ਲਾਇਆ ਜਾ ਰਿਹਾ ਹੈ ਡੰਡੀ। ਅਗਰ ਮੋਦੀ ਦੇ ਜਾਲ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਕਬੂਤਰਾਂ ਵਾਂਗੂ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਡੰਡੀ। ਸਾਰਿਆਂ ਨੂੰ ਕੇਂਦਰ ਸਰਕਾਰ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਭਾਜਪਾ ਖਿਲਾਫ ਵੋਟ ਪਾਉਣ ਦਾ ਤੇ ਭੁਗਤਾਉਣ ਦਾ ਡੰਡੀ। ਬੇਸ਼ੱਕ ਕਿਸੇ ਨੂੰ ਵੀ ਵੋਟ ਪਾਓ, ਪਰ ਭਾਜਪਾ ਨੂੰ ਜ਼ਰੂਰ ਹਟਾਓ ਡੰਡੀ। ਭੁੱਖ ਦਾ ਵਪਾਰ ਰੋਕਣ ਲਈ ਰੋਟੀ ਨੂੰ ਤਿਜੋਰੀ ਵਿੱਚ ਬੰਦ ਨਾ ਹੋਣ ਦਿੱਤਾ ਜਾਵੇ ਡੰਡੀ। ਕਿਸਾਨ ਹੁਣ ਸਿੱਧੀ ਕੇਂਦਰ ਸਰਕਾਰ ਨਾਲ ਵੱਡੀ ਲੜਾਈ ਲੜ ਰਹੇ ਹਨ ਡੰਡੀ। ਹੁਣ ਕਿਸੇ ਵੀ ਕਿਸਾਨ ਤੇ ਮਜ਼ਦੂਰ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਹੁਣ ਬੱਚੇ ਦੀ ਜ਼ੁਬਾਨ ਉੱਪਰ ਘਰ ਵਾਪਸੀ ਨਹੀਂ ਹੈ ਡੰਡੀ। ਜਿੱਤੇ ਬਿਨਾਂ ਘਰ ਨਹੀਂ ਜਾਣਾ ਡੰਡੀ। ਮਰਨਾ ਮਨਜ਼ੂਰ ਹੈ ਪਰ ਮੁੜਨਾ ਮਨਜ਼ੂਰ ਨਹੀਂ ਡੰਡੀ। ਹੁਣ ਸੰਯੁਕਤ ਕਿਸਾਨ ਮੋਰਚਾ ਬੰਗਾਲ ਵਿੱਚ ਕਿਸੇ ਹੋਰ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਹਨ ਡੰਡੀ। ਨਰਮਦਾ
ਬਚਾਓ ਅੰਦੋਲਨ ਦੀ ਮੁਖੀ ਮੇਧਾ ਪਾਟੇਕਰ ਨੇ ਨਰਿੰਦਰ ਮੋਦੀ ਸਰਕਾਰ ਦੇ ਨਾਪਾਕ ਮਨਸੂਬਿਆਂ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਤੋਂ ਵਾਂਝਾ ਕਰਨ ਜਾ ਰਹੀ ਹੈ। ਡੰਡੀ ਨੰਦੀਗ੍ਰਾਮ ਦੇ ਲੋਕਾਂ ਨੂੰ ਭਾਜਪਾ ਖਿਲਾਫ ਵੋਟਾਂ ਪਾ ਕੇ ਭਾਜਪਾ ਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਹੈ। ਡੰਡੀ ਪੱਛਮੀ ਬੰਗਾਲ ਰਵਿੰਦਰ ਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਮਹਾਨ ਹਸਤੀਆਂ ਦੀ ਧਰਤੀ ਹੈ। ਡੰਡੀ ਬੰਗਾਲ ਦੀ ਧਰਤੀ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਇੱਥੇ ਪੈਰ ਜਮਾਉਣ ਨਹੀਂ ਦੇਵੇਗੀ। ਡੰਡੀ ਇੱਥੋਂ ਦੇ ਕਿਸਾਨ ਈਸਟ ਇੰਡੀਆ ਕੰਪਨੀ ਵਾਂਗ ਹੋਰ ਤਾਕਤਾਂ ਨੂੰ ਸੱਤਾ ਹਾਸਲ ਨਹੀਂ ਕਰਨ ਦੇਣਗੇ। ਡੰਡੀ ਦੇਸ਼ ਨੂੰ ਮੋਦੀ ਦੇ ਚੁੰਗਲ ਤੋਂ ਬਚਾਉਣ ਲਈ ਸਾਰੇ ਸੂਬਿਆਂ ਦੇ ਹਰ ਵਰਗਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਡੰਡੀ ਹੁਣ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਜਕੜ 'ਚ ਹੈ। ਡੰਡੀ ਮੋਦੀ ਸਰਕਾਰ ਸ਼ਰੇਆਮ ਕਿਸਾਨ ਵਿਰੋਧੀ ਬਣ ਗਈ ਹੈ। ਡੰਡੀ ਬੜੇ ਸ਼ਰਮ ਦੀ ਗੱਲ ਹੈ ਕਿ ਅੰਦੋਲਨ ਦੌਰਾਨ ਕਰੀਬ 300 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਸਰਕਾਰ ਨੇ 2 ਮਿੰਟ ਦਾ ਮੌਨ ਤੱਕ ਨਹੀਂ ਰੱਖਿਆ। ਡੰਡੀ ਅਗਰ ਸਰਕਾਰ ਕਾਰਪੋਰੇਟਾਂ ਦੇ ਹੱਥ ਵਿੱਚ ਨਾ ਹੁੰਦੀ ਤਾਂ ਕੋਈ ਨਾ ਕੋਈ ਇਸ ਮਸਲੇ ਦਾ ਹੱਲ ਹੋ ਜਾਣਾ ਸੀ, ਜਿਸ ਕਰਕੇ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਡੰਡੀ ਦੇਸ਼ ਬਚਾਉਣ ਲਈ ਭਾਜਪਾ ਨੂੰ ਸਬਕ ਸਿਖਾਉਣਾ ਪਵੇਗਾ, ਨਹੀਂ ਤਾਂ ਜਨਤਕ ਖੇਤਰ ਤਬਾਹ ਹੋ ਕੇ ਰਹਿ ਜਾਵੇਗਾ। ਡੰਡੀ ਮੋਦੀ ਦੇ ਹੰਕਾਰ ਨੂੰ ਲੋਕਾਂ ਨੇ ਕਿਵੇਂ ਤੋੜਨਾ ਹੈ, ਇਹ 5 ਸੂਬਿਆਂ ਵਿੱਚ ਪੈਣ ਵਾਲੀਆਂ ਵੋਟਾਂ ਹੀ ਹੁਣ ਦੱਸਣਗੀਆਂ। ਡੰਡੀ ਜਿਸ ਵਕਤ ਦੇਸ਼ ਦੇ ਲੋਕ ਅਜੇ ਕਰੋਨਾ ਦੀ ਮਾਰ ਹੇਠ ਜਕੜੇ ਸੀ ਤਾਂ ਕੇਂਦਰ ਦੀ ਮੋਦੀ ਸਰਕਾਰ ਨੇ ਫੈਡਰਲ ਢਾਂਚੇ ਦੀ ਧੌਣ ਮਰੋੜ ਕੇ ਇੱਕ ਆਰਡੀਨੈਂਸ ਲਿਆਂਦਾ, ਜਿਹੜਾ ਬਿੱਲ ਦਾ ਰੂਪ ਧਾਰ ਕੇ ਅਸੈਂਬਲੀ 'ਚੋਂ ਪਾਸ ਕਰਵਾ ਕੇ 3 ਕਾਨੂੰਨਾਂ ਦੇ ਰੂਪ 'ਚ ਦੇਸ਼ ਦੇ ਕਿਸਾਨਾਂ, ਆੜ੍ਹਤੀਆਂ, ਆਮ ਲੋਕਾਂ 'ਤੇ ਲੱਦ ਦਿੱਤਾ ਗਿਆ। ਡੰਡੀ ਉਹਨਾਂ 3 ਕਾਨੂੰਨਾਂ ਦੀ ਮਾਰ ਕਿਸਾਨ ਦੇ ਨਾਲ ਨਾਲ ਭਾਵੇਂ ਛੋਟੇ ਵਪਾਰੀ ਤੇ ਆਮ ਲੋਕਾਂ 'ਤੇ ਵੀ ਪੈਂਦੀ ਹੈ, ਪਰ ਇਸ ਦੀ ਲੜਾਈ ਸਿਰਫ ਕਿਸਾਨ ਲੜ ਰਹੇ ਹਨ। ਡੰਡੀ ਜੇਕਰ ਇਸ ਲੜਾਈ ਦਾ ਮੁੱਢ ਤੇ ਇਸ ਦੇ ਖਰਚ ਹੋਣ ਵਾਲੇ ਧਨ ਦੇਖੀਏ ਤਾਂ ਇਕੱਲਾ ਪੰਜਾਬ ਸੂਬਾ ਹੀ ਨਜ਼ਰੇ ਪੈਂਦਾ ਹੈ, ਜਿਹਨੇ ਸਭ ਤੋਂ ਵੱਧ ਇਸ ਅੰਦੋਲਨ ਦੀ ਆਰਥਿਕ ਸੱਟ ਝੱਲੀ। ਉਸ ਪੰਜਾਬ 'ਚੋਂ ਅਗਾਂਹ ਸਿੱਖ ਕੌਮ ਹੈ, ਜਿਸ ਨੇ ਇਸ ਘੋਲ 'ਚ ਖਰਚ ਹੋਣ ਵਾਲੀ ਪੂੰਜੀ ਬਿਨਾਂ ਪਰਵਾਹ ਕੀਤੇ ਪਾਣੀ ਵਾਂਗਰਾਂ ਵਹਾਈ, ਕਿਉਂਕਿ ਲੋਕ ਇਸ ਸੰਘਰਸ਼ ਨੂੰ ਆਰਥਿਕ ਨੁਕਸਾਨ ਦੇ ਨਜ਼ਰੀਏ ਤੋਂ ਦੇਖਦੇ ਸਨ, ਪਰ ਪੰਜਾਬ ਨੇ ਇਸ ਨੂੰ ਹੋਂਦ ਦਾ ਸਵਾਲ ਮੰਨਿਆ। ਡੰਡੀ ਪੰਜਾਬ ਇਹ ਮੰਨਦਾ ਸੀ ਕਿ ਸਦੀਵੀ ਸਿਰ ਉੱਚਾ ਚੁੱਕ ਜਿਉਣ ਲਈ ਇਹ ਹੱਕਾਂ ਦੀ ਜੰਗ ਜਿੱਤਣੀ ਬੇਹੱਦ ਜ਼ਰੂਰੀ ਹੈ। ਡੰਡੀ ਇਸ ਸੰਘਰਸ਼ 'ਚ ਪੰਜਾਬ ਤੇ ਸਮੁੱਚੀ ਕਾਇਨਾਤ ਜਿਸ ਨਾਮ ਨਾਲ ਸਿੱਖ ਲੱਗਦਾ ਸੀ, ਉਸਨੇ ਹਾਂ ਦਾ ਨਾਅਰਾ ਮਾਰਿਆ। ਡੰਡੀ ਸਿੱਖ ਕੌਮ ਦੇ ਨੌਜਵਾਨਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ, ਜੰਗ ਲੜੀ। ਡੰਡੀ ਇਸ
ਸੰਘਰਸ਼ 'ਚ ਨਾਇਕਾਂ ਦੀ ਤਰ੍ਹਾਂ ਇੱਕ ਇੱਕ ਕਰਕੇ ਕਈ ਨੌਜਵਾਨ ਉੱਭਰੇ, ਪਰ ਸਭ ਤੋਂ ਵੱਧ ਲੋਕਾਂ ਤੇ ਸੰਘਰਸ਼ੀ ਨੌਜਵਾਨਾਂ 'ਚ ਲੱਖਾ ਸਿਧਾਣਾ ਤੇ ਦੀਪ ਸਿੱਧੂ ਹਰਮਨ ਪਿਆਰੇ ਸਿੱਧ ਹੋਏ। ਡੰਡੀ ਦੀਪ ਤੇ ਲੱਖੇ ਪਿੱਛੇ ਪੈਦਾ ਹੋਣ ਵਾਲੇ ਪਿਆਰ ਤੇ ਨੌਜਵਾਨਾਂ ਦੇ ਇਕੱਠ ਦੀ ਇੱਕ ਖਾਸੀਅਤ ਸੀ ਕਿ ਇਹ ਦੋਹੇਂ ਨੌਜਵਾਨ ਨਿਰਸਵਾਰਥ ਸਨ। ਬੋਲਣ ਦਾ ਲਹਿਜਾ ਤੇ ਜਜ਼ਬਾ ਤੇ ਪੰਜਾਬ ਦੇ ਗੰਭੀਰ ਮੁੱਦੇ ਤੇ ਸੰਕਟਾਂ ਦੀ ਪਛਾਣ ਸੀ। ਡੰਡੀ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਭਾਵੇਂ ਪਹਿਲਾਂ ਹੀ ਛੇੜਿਆ ਗਿਆ ਸੀ। ਡੰਡੀ ਪਰ ਵੱਡੀ ਗਿਣਤੀ 'ਚ ਕਲਾਕਾਰਾਂ ਨੂੰ ਸੰਗਠਿਤ ਕਰਨਾ ਤੇ ਨੌਜਵਾਨਾਂ ਨੂੰ ਲਾਮਬੱਧ ਕਰਕੇ ਕਿਸਾਨ ਜਥੇਬੰਦੀਆਂ ਦੇ ਨਾਲ ਤੋਰਨ ਪਿੱਛੇ ਇਹਨਾਂ ਦੋਵਾਂ ਨੌਜਵਾਨਾਂ ਦਾ ਹੀ ਵੱਡਾ ਹੱਥ ਸੀ। ਡੰਡੀ ਇਸ ਸੱਚ ਨੂੰ ਕੋਈ ਝੁਠਲਾ ਨਹੀਂ ਸਕਦਾ। ਹੁਣ ਭਾਵੇਂ ਕਈ ਨੇ ਇਹਨਾਂ ਖਿਲਾਫ ਝੂਠ ਦੇ ਕੁੱਪ ਬਣਾ ਕੇ ਆਮ ਉਡਾਏ ਹਨ। ਡੰਡੀ ਜਦ ਤੋਂ ਦੀਪ ਸਿੱਧੂ ਆਪਣੀ ਸੁੱਖਾਂ ਲੱਦੀ ਜ਼ਿੰਦਗੀ ਨੂੰ ਵਿਰਾਮ ਦੇ ਕੇ ਪੰਜਾਬ 'ਚ ਆਪਣੀ ਕਿਸਾਨੀ ਦੇ ਹੱਕਾਂ ਲਈ ਹੋ ਰਹੀ ਜੰਗ 'ਚ ਸ਼ਮੂਲੀਅਤ ਕੀਤੀ ਤਾਂ ਉਦੋਂ ਤੋਂ ਹੀ ਦੀਪ ਬਹੁਤ ਸਾਰਿਆਂ ਦੇ ਅੱਖ 'ਚ ਰੜਕ ਰਿਹਾ ਸੀ। ਡੰਡੀ ਜਿਸ ਦਾ ਕਾਰਨ ਦੀਪ ਖੇਤੀ ਬਿੱਲਾਂ ਦੀ ਗੱਲ ਦੇ ਨਾਲ ਨਾਲ ਉਹ ਪੰਜਾਬ ਦੀ ਹੋਣੀ ਅਤੇ ਖੁਦ ਮੁਖਤਿਆਰੀ ਵੱਧ ਅਧਿਕਾਰਾਂ ਦੀ ਸਮਝ ਤੇ ਗੱਲ ਕਰਦਾ ਸੀ। ਡੰਡੀ ਉਸਨੂੰ ਸਟੇਟ ਵੱਲੋਂ ਪੰਜਾਬ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀਆਂ ਮਹੀਨ ਤੰਦਾਂ ਬਾਰੇ ਵੀ ਡੂੰਘੀ ਜਾਣਕਾਰੀ ਦਾ ਭੰਡਾਰ ਸੀ। ਡੰਡੀ ਉਹ ਪੜ੍ਹਿਆ ਲਿਖਿਆ ਹੋਣ ਕਰਕੇ ਉਸ ਕੋਲ ਅਥਾਹ ਗਿਆਨ ਤੇ ਸਿਆਸਤ ਦੀ ਚੰਗੀ ਤਰ੍ਹਾਂ ਸਮਝ ਸੀ। ਡੰਡੀ ਕਿਸੇ ਮੁੱਦੇ ਦਾ ਕਿਵੇਂ ਵਿਸ਼ਲੇਸ਼ਣ ਕਰਨਾ ਹੈ, ਉਸਦੇ ਲੋਕਾਂ 'ਤੇ ਪੈਣ ਵਾਲੇ ਅੰਤਰੀਵ ਭਾਵ ਨੂੰ ਵਿਚਾਰ ਕੇ ਪੇਸ਼ ਕਰਦਾ ਸੀ। ਉਸਦੇ ਤੌਰ ਤੇ ਢੰਗ ਬਹੁਤ ਪ੍ਰਭਾਵਸ਼ਾਲੀ ਸਨ, ਜਿਹੜੇ ਸੁਣਨ ਵਾਲੇ ਨੂੰ ਧੁਰ ਅੰਦਰ ਤੱਕ ਚੀਰਦੇ ਸਨ। ਪਰ ਇਹ ਗੱਲਾਂ ਦੀਪ ਦੇ ਆੜੇ ਆਈਆਂ। ਉਹਨਾਂ ਲੋਕਾਂ ਨੇ ਦੀਪ ਨੂੰ ਨਕਾਰਿਆ ਜਿਹੜੇ ਲੋਕਾਂ ਨੇ ਇੱਥੇ ਕੁਝ ਮੁੱਦੇ ਆਪਣੇ ਨਾਮ 'ਤੇ ਗੌ ਕਰਵਾਏ ਹਨ। ਡੰਡੀ ਉਹ ਗੱਲਾਂ, ਉਹ ਮੁੱਦੇ ਵੱਧ ਅਧਿਕਾਰਾਂ ਦੀ ਗੱਲ, ਧੱਕੇਸ਼ਾਹੀਆਂ ਦੀ ਚਰਚਾ ਸਿਰਫ ਉਹ ਲੋਕ ਹੀ ਕਰ ਸਕਦੇ ਹਨ ਜਿਨ੍ਹਾਂ ਲੋਕਾਂ ਦੀ ਇਹਨਾਂ ਕੰਮਾਂ ਤੋਂ ਰੋਟੀ ਚੱਲਦੀ ਹੈ। ਡੰਡੀ ਹੋਰ ਕੋਈ ਇਸ ਤੰਦ ਨੂੰ ਛੇੜ ਕੇ ਰਾਗ ਪੈਦਾ ਕਰੇ ਇਹ ਨਹੀਂ ਹੋ ਸਕਦਾ। ਪ੍ਰਸ਼ਨ ਚਿੰਨ੍ਹ ਇਸ ਲਈ ਦੀਪ ਲੱਖੇ ਤੋਂ ਵੀ ਵੱਧ ਨੁਕਤਾਚੀਨੀ ਦਾ ਸ਼ਿਕਾਰ ਹੋ ਰਿਹਾ ਹੈ। ਡੰਡੀ ਦੀਪ ਮੋਰਚੇ ਦੇ ਸ਼ੁਰੂਆਤੀ ਦੌਰ 'ਚ ਵੀ ਇਹਨਾਂ ਗੱਲਾਂ ਦੀ ਬਾਤ ਪਾਉਂਦਾ ਰਿਹਾ। ਉਸ ਸਮੇਂ ਉਸ ਦਾ ਵਿਰੋਧ ਸਿਰਫ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਹੀ ਕਰਦੇ ਸਨ। ਡੰਡੀ ਉਹ ਵੀ ਸਮਝਦੇ ਸਨ ਕਿ ਇਹ ਕਿਤੇ ਸਾਡੀ ਜਗ੍ਹਾ ਨਾ ਲੈ ਲਵੇ। ਪ੍ਰਸ਼ਨ ਚਿੰਨ੍ਹ ਦੀਪ ਨੇ ਉਸਦਾ ਹੱਲ ਕੱਢਦਿਆਂ ਆਪਣਾ ਸੰਘਰਸ਼ ਦਾ ਵੱਖਰਾ ਪੜਾਅ ਉਲੀਕਿਆ, ਪਰ ਉਹ ਵਿਰੋਧ ਮੱਠਾ ਨਹੀਂ ਪਿਆ। ਡੰਡੀ ਉਹ ਵਿਰੋਧ ਕਿਉਂ ਹੁੰਦਾ ਸੀ, ਉਸਦੇ ਕਈ ਸਾਰੇ ਪੱਖਾਂ ਨੂੰ ਆਪਾਂ ਹੋਰਨਾਂ ਲਿਖਤਾਂ 'ਚ ਵੀ ਵਿਚਾਰ ਚੁੱਕੇ ਹਾਂ। ਡੰਡੀ ਜਦ ਪੰਜਾਬ ਤੋਂ ਮੋਰਚਾ ਦਿੱਲੀ ਗਿਆ ਤਾਂ ਵੀ ਦੀਪ ਦਾ ਵਿਰੋਧ ਜਾਰੀ ਰਿਹਾ। ਡੰਡੀ ਪਰ ਲੱਖਾ ਕਦੇ ਕਵਾਰ ਮੁੱਖ ਸਟੇਜ 'ਤੇ ਬੋਲ ਆਉਂਦਾ ਸੀ, ਪਰ ਉਹ ਵੀ ਕੁਝ
ਆਗੂਆਂ ਨੂੰ ਚੁੱਭਦਾ ਸੀ ਡੰਡੀ। ਉਂਝ ਲੱਖੇ ਨੇ ਪੰਜਾਬ ਤੋਂ ਲੈ ਕੇ ਦਿੱਲੀ ਅਤੇ ਹੁਣ ਤੱਕ ਕਿਸਾਨ ਜਥੇਬੰਦੀਆਂ ਤੋਂ ਅਲੱਗਾ ਚੱਲਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ ਦਿੱਤਾ, ਪਰ ਫਿਰ ਵੀ ਵਿਰੋਧ ਦਾ ਸ਼ਿਕਾਰ ਰਿਹਾ। ਪ੍ਰਸ਼ਨ ਚਿੰਨ੍ਹ ਪੈਰਾ। 26 ਦੀਆਂ ਘਟਨਾਵਾਂ ਤੋਂ ਬਾਅਦ ਮੋਰਚੇ ਨੂੰ ਦੋ ਭਾਗਾਂ 'ਚ ਦੇਖਿਆ ਜਾਣ ਲੱਗਾ। ਇੱਕ ਭਾਗ 26 ਤੋਂ ਪਹਿਲਾਂ ਦਾ ਸੀ, ਜਿਸ 'ਚ ਮੋਰਚੇ ਦੀ ਦਿੱਖ ਬਿਲਕੁਲ ਨਰੋਈ ਲੱਗ ਰਹੀ ਸੀ, ਤੇ ਇੱਕ ਭਾਗ ਹੁਣ ਵਾਲਾ ਜਿਹੜਾ ਤਤਕਾਲ 'ਚ ਚੱਲ ਰਿਹਾ ਹੈ। ਡੰਡੀ 26 ਦੀ ਘਟਨਾ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਦੀਪ ਸਿੱਧੂ ਤੇ ਲੱਖੇ ਉੱਤੇ ਸਿੱਧਤ ਨਿਸ਼ਾਨੇ ਵੀ ਵਿੰਨੇ ਗਏ। ਡੰਡੀ ਉਹ ਨਿਸ਼ਾਨੇ ਕਿਸੇ ਦੇ ਕਹਿਣ 'ਤੇ ਲੱਗੇ ਜਾਂ ਅੰਦਰੂਨੀ ਸਾੜੇ ਦੀ ਵਜ੍ਹਾ ਸੀ। ਅੱਜ ਇਹ ਸਾਡੀ ਲਿਖਤ ਦਾ ਹਿੱਸਾ ਨਹੀਂ, ਪਰ ਉਹਨਾਂ ਬੋਲਾਂ ਦੇ ਸਿੱਟੇ ਗੰਭੀਰ ਨਿਕਲੇ। ਇੱਕ ਨੂੰ ਜੇਲ੍ਹ ਜਾਣਾ ਪਿਆ ਅਤੇ ਇੱਕ ਦੇ ਸਿਰ 'ਤੇ ਲੱਖ ਦਾ ਇਨਾਮ ਹੈ। ਡੰਡੀ ਪਰ ਇਸ ਦੇ ਬਾਵਜੂਦ ਦੀਪ ਤੇ ਲੱਖਾ ਫਿਰ ਵੀ ਪੰਥ ਨੌਜਵਾਨਾਂ 'ਚ ਸਤਿਕਾਰੇ ਗਏ। ਡੰਡੀ ਜਿੱਥੇ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਦੁਰਕਾਰਨਾ ਅਜੇ ਵੀ ਜਾਰੀ ਹੈ, ਉੱਥੇ ਨੌਜਵਾਨਾਂ ਅੰਦਰ ਇਹਨਾਂ ਪ੍ਰਤੀ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਡੰਡੀ ਨੌਜਵਾਨ ਆਪ ਮੁਹਾਰੇ ਇਹਨਾਂ ਦੇ ਹੱਕ 'ਚ ਵੱਡੇ ਇਕੱਠ ਕਰ ਰਹੇ ਹਨ। ਡੰਡੀ ਪਹਿਲਾਂ ਦੀਪ ਦੇ ਹੱਕ 'ਚ ਨਿਕਲੇ ਮਾਰਚ, ਬਾਅਦ ਮਹਾਰਾਜ, ਫਿਰ ਮਸਤੂਆਣਾ ਦੇ ਇਕੱਠ ਦਰਸਾਉਂਦੇ ਹਨ ਕਿ ਇਹਨਾਂ ਦੋਹੇ ਨੌਜਵਾਨਾਂ ਦੀ ਪੰਜਾਬ ਦੇ ਨੌਜਵਾਨ ਅਗਵਾਈ ਕਬੂਲਣ ਨੂੰ ਤਿਆਰ ਹਨ। ਡੰਡੀ ਪਰ ਇਸ ਵਿਚਾਲੇ ਇੱਕ ਹੋਰ ਧਰਮ ਸੰਕਟ ਉੱਠ ਖਲੋਤਾ ਹੈ। ਕੁਝ ਪੰਥਕ ਵਿਚਾਰਧਾਰਾ ਵਾਲੇ ਲੋਕ ਦੀਪ ਦੇ ਵਿਰੋਧ 'ਚ ਖਲੋਤੇ ਹਨ। ਡੰਡੀ ਇਸ ਗੱਲ ਦੀ ਸਮਝ ਤਾਂ ਨਹੀਂ ਪੈਂਦੀ ਕਿ ਉਹਨਾਂ ਦੀ ਅੰਦਰਲੀ ਮਨਸ਼ਾ ਕੀ ਹੈ। ਡੰਡੀ ਪਰ ਬਾਹਰੀ ਤੌਰ 'ਤੇ ਉਹ ਜੱਗ ਜ਼ਾਹਰ ਜ਼ਰੂਰ ਹੋਏ ਹਨ। ਡੰਡੀ ਜੇਕਰ ਪੜਚੋਲ ਦੇਖੀਏ ਤਾਂ ਹੁਣ ਤੱਕ ਦੀ ਦੀਪ ਦੀ ਕਾਰਗੁਜ਼ਾਰੀ 'ਚ ਕੁਝ ਵੀ ਅਜਿਹਾ ਨਹੀਂ ਦਿਸਦਾ ਜਿਹੜਾ ਪੰਥ ਪੰਜਾਬ ਦੇ ਵਿਰੋਧ 'ਚ ਹੋਵੇ। ਡੰਡੀ ਫਿਰ ਖੁਦਾ ਜਾਣੇ ਕੁਝ ਪੰਥਕ ਨਕਾਬ ਹੇਠ ਲੋਕ ਅਜਿਹਾ ਕਿਉਂ ਕਰ ਰਹੇ ਹਨ। ਡੰਡੀ ਵਿਰੋਧ ਜੋ ਵੀ ਹੋਵੇ, ਜਿਹੋ ਜਿਹਾ ਵੀ, ਪਰ ਦੀਪ ਦਾ ਚਿਹਰਾ ਦਿਨੋਂ ਦਿਨ ਨਿਖਰ ਰਿਹਾ ਹੈ। ਦੇਸ਼ ਵਿਦੇਸ਼ ਦੇ ਸਿੱਖਾਂ ਦੀ ਹਰਮਨਤਾ ਲੈ ਰਿਹਾ ਹੈ। ਡੰਡੀ ਹਰ ਕੋਈ ਇਹੋ ਅਰਦਾਸ ਕਰਦਾ ਹੈ ਕਿ ਉਹ ਸੁਭਾਗੀ ਘੜੀ ਆਵੇ ਜਦੋਂ ਦੀਪ ਕੈਦਖਾਨਿਆਂ 'ਚੋਂ ਬਾਹਰ ਆਵੇ। ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਦੇਖਣ ਨੂੰ, ਪਹਿਲਾਂ ਵਾਂਗੂ ਵਿਚਰੇ ਚਾਨਣ ਵੰਡੇ ਤੇ ਪੰਥ ਦੀ ਬਾਤ ਪਾਵੇ। ਡੰਡੀ ਉਸ ਦਿਨ ਦੀ ਹਰ ਇਨਸਾਫ ਪਸੰਦ ਗੁਰਸਿੱਖ ਨੌਜਵਾਨਾਂ ਨੂੰ ਉਡੀਕ ਹੈ। ਡੰਡੀ ਸਿੱਖ ਪੰਥ ਪੰਥਕ ਤੌਰ 'ਤੇ ਆਜ਼ਾਦ ਹਸਤੀ ਹੈ। ਡੰਡੀ ਇਸ ਦੀ ਕੌਮੀ ਮਰਿਆਦਾ ਕਿਸੇ ਹਕੂਮਤ ਜਾਂ ਨਮਾਜ਼ ਦੀ ਮੁਤਾਜ ਨਹੀਂ ਹੈ। ਡੰਡੀ ਪੰਥ ਨੇ ਆਪਣੇ ਭਵਿੱਖ ਦੇ ਦਿਸ-ਹੱਦੇ ਖੁਦ ਤੈਅ ਕਰਨੇ ਹੁੰਦੇ ਹਨ। ਡੰਡੀ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਥਕ ਵਿਚਾਰਾਂ ਦੀ ਸਹਿਮਤੀ ਨਾਲ ਹੀ ਪ੍ਰੋਗਰਾਮ ਉਲੀਕੇ ਜਾ ਸਕਦੇ ਹਨ। ਡੰਡੀ ਸਿੱਖਾਂ ਨੂੰ ਗੁਰੂ ਨਾਨਕ ਨੇ ਸਵੈ ਨਿਰਭਰ ਅਤੇ ਸਵੈ ਨਿਰਣਾਈ ਬਣਾਇਆ ਹੈ। ਡੰਡੀ ਜਿੰਨੀ ਦੇਰ ਸਿੱਖ ਆਪਣੇ
ਫੈਸਲੇ ਖੁਦ ਕਰਦੇ ਹਨ ਉਨੀ ਦੇਰ ਸਿੱਖਾਂ ਵਿੱਚ ਕੋਈ ਕਮਜ਼ੋਰੀ ਨਹੀਂ ਆਈ। ਡੰਡੀ ਹਰ ਵੱਡੇ ਤੋਂ ਵੱਡੇ ਖਤਰੇ ਨਾਲ ਸਿੱਖ ਟਕਰਾਉਂਦੇ ਰਹੇ ਹਨ। ਡੰਡੀ ਜਿਸ ਦਾ ਨਤੀਜਾ ਫਤਿਹ ਜਾਂ ਸ਼ਹਾਦਤ ਹੁੰਦੀ ਸੀ। ਡੰਡੀ ਇਸ ਕਰਕੇ ਹੀ ਸਿੱਖ ਪੰਥ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ ਅਤੇ ਨਾ ਹੀ ਨੇੜ ਭਵਿੱਖ ਵਿੱਚ ਅਜਿਹੀ ਕੋਈ ਆਸ ਲੱਗਦੀ ਹੈ। ਡੰਡੀ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਹਕੂਮਤਾਂ ਦੀਆਂ ਨੀਤੀਆਂ ਦੇ ਪ੍ਰਭਾਵ ਅਤੇ ਸਿੱਖਾਂ ਦੇ ਭਵਿੱਖ ਦੀਆਂ ਮੁਸ਼ਕਲਾਂ ਜਾਂ ਅਕੀਦਿਆਂ ਬਾਰੇ ਬੜੀ ਹੀ ਦੂਰ ਅੰਦੇਸ਼ੀ ਨਾਲ ਸੋਚ ਵਿਚਾਰ ਕਰਕੇ ਹੀ ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ। ਡੰਡੀ ਜਿਸ ਦਾ ਬੜਾ ਸੁਖਾਲਾ ਜਿਹਾ ਅਰਥ ਹੈ ਕਿ ਰਾਜਨੀਤੀ ਕਰਨੀ ਵੀ ਹੈ। ਡੰਡੀ ਪਰੰਤੂ ਧਰਮ ਦੇ ਸਨਮੁਖ ਸੁਚੱਜੀ ਰਾਜਨੀਤੀ ਹੀ ਕਰਨੀ ਹੈ। ਡੰਡੀ ਸਿੱਖ ਰਾਜਨੀਤੀ ਉੱਤੇ ਧਰਮ ਦਾ ਕੁੰਡਾ ਰਹਿਣਾ ਚਾਹੀਦਾ ਹੈ। ਡੰਡੀ ਦਸਵੇਂ ਸਰੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਵਿਚਰਦਿਆਂ ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਨੂੰ ਸੰਪੂਰਨ ਕੌਮ ਬਣਾ ਦਿੱਤਾ। ਡੰਡੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਵੀ ਖਤਮ ਕਰ ਦਿੱਤੀ ਅਤੇ ਸਿੱਖ ਨੂੰ ਸ਼ਬਦ ਗੁਰੂ ਗਿਆਨ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਡੰਡੀ ਇਸ ਸਮੇਂ ਤੱਕ ਗੁਰੂ ਸਾਹਿਬ ਨੇ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਦਾ ਸੰਕਲਪ ਦ੍ਰਿੜ ਕਰਵਾ ਦਿੱਤਾ ਅਤੇ ਨਾਲ ਨਾਲ ਇਸ ਸਮੇਲਤਾ ਦੇ ਅਰਥ ਵੀ ਸਮਝਾ ਦਿੱਤੇ ਕਿ ਇਸ ਜ਼ਾਬਤੇ ਵਿੱਚ ਰਹਿੰਦਿਆਂ ਜਾਂ ਇਹਨਾਂ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਕਿਵੇਂ ਧਰਮ ਦਾ ਰਾਹ ਦੱਸਿਆ ਜਾ ਸਕਦਾ ਹੈ ਜਾਂ ਹਲੇਮੀ ਰਾਜ ਵੀ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਜਿੱਥੇ ਕਿਤੇ ਹਕੂਮਤੀ ਜ਼ਬਰ ਹੱਦਾਂ ਬੰਨੇ ਟੱਪ ਜਾਵੇ ਉੱਥੇ ਕਿਵੇਂ ਸਿਰਾਂ ਦੇ ਵਟਾਂਦਰੇ ਕਰਨੇ ਹਨ। ਡੰਡੀ ਸਿੱਖ ਗੁਰੂ ਸਾਹਿਬ ਦੇ ਸਰੀਰਕ ਰੂਪ ਵਿੱਚ ਵਿਚਰਨ ਤੋਂ ਬਾਅਦ ਜਦੋਂ ਸ਼ਬਦ ਗੁਰੂ ਦੇ ਲੜ ਲੱਗ ਕੇ ਵੀ ਤੁਰੇ ਤਾਂ ਉਸ ਵੇਲੇ ਵੀ ਸਿੱਖਾਂ ਨੇ ਮੀਰੀ ਪੀਰੀ ਦੇ ਸਿਧਾਂਤ ਅਧੀਨ ਦੁਨੀਆ ਨੂੰ ਅਚੰਭਿਤ ਕਰਨ ਵਾਲੇ ਕਾਰਜ ਕੀਤੇ। ਡੰਡੀ ਜਬਰ ਨੂੰ ਝੱਲਿਆ, ਜਾਬਰ ਨੂੰ ਸੋਧਿਆ, ਇਤਿਹਾਸ ਨੂੰ ਲਹੂ ਨਾਲ ਲਿਖਿਆ। ਡੰਡੀ ਇੱਕ ਸਮਾਂ ਸੀ ਜਦੋਂ ਮਿਸਲਾਂ ਵਿੱਚ ਵੰਡੇ ਸਿੱਖ ਮੀਰੀ ਰਾਜਸੀ ਸ਼ਕਤੀ ਬਦਲੇ ਆਪਸ ਵਿੱਚ ਲੜਦੇ ਸਨ। ਡੰਡੀ ਪਰੰਤੂ ਨਾਲ ਇਹ ਪੀਰੀ ਦੀ ਸ਼ਕਤੀ ਸੀ ਕਿ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਸਨ ਤਾਂ ਇੱਕ ਦੂਜੇ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਸਨ। ਡੰਡੀ ਇਹ ਵੀ ਬਾਬੇ ਦੀ ਦਿੱਤੀ ਪੀਰੀ ਧਾਰਮਿਕ ਸੋਚ ਦੀ ਹੀ ਕਰਾਮਾਤ ਸੀ ਕਿ ਅਬਦਾਲੀ ਵਰਗਿਆਂ ਦੇ ਹੱਥੋਂ ਅੱਧੀ ਕੌਮ ਸ਼ਹੀਦ ਹੋਣ ਦੇ ਬਾਵਜੂਦ ਵੀ ਸਿੱਖ ਆਪਣਾ ਰਾਜ ਕਾਇਮ ਕਰ ਗਏ। ਡੰਡੀ ਅੱਜ ਸਿੱਖ ਰਾਜ ਵਹਾਉਣੇ ਹਨ। ਡੰਡੀ ਪਰੰਤੂ ਹੁਣ ਸਿਧਾਂਤ ਵਹਾਉਣੇ ਵੀ ਹੁੰਦੇ ਜਾ ਰਹੇ ਹਨ। ਡੰਡੀ ਅੱਜ ਮੀਰੀ ਪੀਰੀ ਦੇ ਦੋ ਹਿੱਸੇ ਹਨ, ਇੱਕ ਗੁਰਦੁਆਰਾ ਪ੍ਰਬੰਧ ਹੈ ਅਤੇ ਦੂਜਾ ਸਿੱਖ ਰਾਜਨੀਤੀ। ਡੰਡੀ ਦੋਹਾਂ ਨੂੰ ਹੁਣ ਤੱਕ ਅਕਾਲੀ ਦਲ ਚਲਾਉਂਦਾ ਰਿਹਾ ਹੈ। ਡੰਡੀ ਇਹ ਸਿੱਖਾਂ ਦੀ ਬਦਕਿਸਮਤੀ ਆਖ ਲਵੋ ਕਿ ਅਕਾਲੀ ਦਲ ਆਪਣੀ ਅਕਾਲੀਅਤ ਨੂੰ ਗਵਾ ਬੈਠਿਆ। ਡੰਡੀ ਅਕਾਲੀਆਂ ਨੂੰ ਮੀਰੀ ਪੀਰੀ ਦੇ ਸਿਧਾਂਤ ਦੀ ਪਰਵਾਹ ਨਾ ਰਹੀ। ਡੰਡੀ ਇਸ ਕਰਕੇ ਸਿੱਖਾਂ ਦੇ ਦੋਵੇਂ ਪੱਖ ਅੱਜ ਸੰਕਟ ਵਿੱਚ ਆ ਗਏ ਹਨ। ਡੰਡੀ ਸਿੱਖ ਦੇ ਹਰ ਖੇਤਰ ਵਿਚਲੇ ਆਗੂ ਪੰਥਕ ਨਹੀਂ ਰਹੇ। ਡੰਡੀ ਉਹਨਾਂ ਦੀ ਸੋਚ ਆਮ ਦੁਨਿਆਵੀ ਜਾਂ ਦੂਜੇ ਰਾਜਸੀ
ਆਗੂਆਂ ਵਰਗੀ ਹੀ ਹੋ ਗਈ ਹੈ ਡੰਡੀ। ਉਹਨਾਂ ਨੂੰ ਦੁਨਿਆਵੀ ਚਮਕ ਦਮਕ ਨੇ ਅੰਨ੍ਹਿਆ ਕਰ ਦਿੱਤਾ ਹੈ ਡੰਡੀ। ਅੱਜ ਕਿਸੇ ਵੀ ਖੇਤਰ ਵਿੱਚ ਵਿਚਰਨ ਵਾਲਾ ਆਗੂ ਸਾਬਤ ਨਹੀਂ ਹੈ ਡੰਡੀ। ਆਲੋਚਕ ਹਰ ਕੋਈ ਹੈ ਡੰਡੀ, ਪਰੰਤੂ ਸੁਧਾਰਵਾਦੀ ਕੋਈ ਨਹੀਂ ਰਿਹਾ ਡੰਡੀ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਸਿੱਖ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਡੰਡੀ, ਪਰੰਤੂ ਬਿਖਰ ਚੁੱਕੇ ਪੰਥਕ ਸਿਧਾਂਤਾਂ ਨੂੰ ਇਕੱਠੇ ਕਰਨ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਡੰਡੀ। ਸਿੱਖਾਂ ਕੋਲ ਬੇਸ਼ੱਕ ਆਪਣਾ ਆਜ਼ਾਦ ਦੇਸ਼ ਨਹੀਂ ਹੈ ਡੰਡੀ, ਪਰੰਤੂ ਦੋ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਰੀ ਵਜੋਂ ਅਤੇ ਸ਼੍ਰੋਮਣੀ ਅਕਾਲੀ ਦਲ ਮੀਰੀ ਵਜੋਂ ਜ਼ਰੂਰ ਪੱਲੇ ਸਨ ਡੰਡੀ, ਪਰੰਤੂ ਅੱਜ ਅਕਾਲੀ ਦਲ ਨੂੰ ਵੀ ਅਕਾਲੀ ਲੀਡਰਾਂ ਨੇ ਖਾ ਲਿਆ ਅਤੇ ਸ਼੍ਰੋਮਣੀ ਕਮੇਟੀ ਦੀ ਵੀ ਦੁਰਗਤ ਕਰ ਦਿੱਤੀ ਹੈ ਡੰਡੀ। ਉਹ ਕਿਸੇ ਤੋਂ ਭੁੱਲੇ ਨਹੀਂ ਜਿਨ੍ਹਾਂ ਨੇ ਇਹ ਘੋਰ ਪਾਪ ਕੀਤਾ ਹੈ ਡੰਡੀ, ਪਰੰਤੂ ਇੱਕ ਉਹ ਹਨ ਜਿਹੜੇ ਇਹ ਤਾਂ ਜ਼ਰੂਰ ਰੌਲਾ ਪਾਉਂਦੇ ਹਨ ਕਿ ਪਾਪ ਹੋ ਗਿਆ, ਫਲਾਣੇ ਨੇ ਕਰ ਦਿੱਤਾ, ਉਹ ਕੌਮ ਧਰੋਹੀ ਹੈ, ਪੰਥ ਦੋਖੀ ਹੈ ਡੰਡੀ, ਪਰੰਤੂ ਇਹ ਕਿਸੇ ਦੇ ਪੱਲੇ ਨਹੀਂ ਕਿ ਕੋਈ ਦੱਸ ਸਕੇ ਕਿ ਅਸੀਂ ਕਿਵੇਂ ਸੁਧਾਰ ਕਰਾਂਗੇ ਡੰਡੀ। ਸਾਡੇ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਹੈ ਡੰਡੀ ਜਿਸ ਨੂੰ ਜਗਾ ਕੇ ਚਾਨਣ ਕਰ ਦੇਣਗੇ ਡੰਡੀ। ਕਾਬਜ਼ ਧਿਰ ਹੁਣ ਤੱਕ ਭਾਰਤ ਦੇ ਭਗਵੇਂ ਨਿਜ਼ਾਮ ਦੀ ਘੋੜੀ ਬਣ ਕੇ ਵਪਾਰਵਾਦੀ ਗੰਦਗੀ ਢੋ ਕੇ ਪੰਜਾਬ ਦੇ ਵਿਹੜੇ ਵਿੱਚ ਰੂੜੀ ਲਾਉਂਦੀ ਰਹੀ ਹੈ ਡੰਡੀ। ਅੱਜ ਮੁਫਾਦਾਂ ਅਧੀਨ ਸਾਂਝਾਂ ਟੁੱਟ ਗਈਆਂ ਹਨ ਤਾਂ ਭਾਰਤੀ ਨਿਜ਼ਾਮ ਕਿਸੇ ਹੋਰ ਨੁਕਰੀ ਘੋੜੀ ਦੀ ਭਾਲ ਵਿੱਚ ਹੈ ਡੰਡੀ। ਜਿਨ੍ਹਾਂ ਦੀ ਹੁਣ ਤੱਕ ਪੇਸ਼ ਨਹੀਂ ਗਈ ਉਹ ਹੁਣ ਨਾਗਪੁਰ ਦੀ ਲਗਾਮ ਜਾਂ ਭਗਵਾਂ ਕੰਡਿਆਲਾ ਪਵਾਉਣ ਵਾਸਤੇ ਵਰਾਛਾਂ ਤੱਕ ਮੂੰਹ ਅੱਡੇ ਖੜ੍ਹੇ ਹਨ ਡੰਡੀ। ਹੋਣਾ ਫਿਰ ਵੀ ਇਹੀ ਕੁਝ ਹੈ ਜੋ ਅੱਜ ਹੋ ਰਿਹਾ ਹੈ ਡੰਡੀ, ਬਸ ਘੋੜੀ ਬਦਲ ਜਾਵੇਗੀ ਡੰਡੀ। ਅੱਜ ਕੁਝ ਵੀਰ ਇਹ ਦਮ ਗਜੇ ਮਾਰ ਰਹੇ ਹਨ ਕਿ ਅਸੀਂ ਬਾਦਲ ਅਕਾਲੀ ਦਲ ਨੂੰ ਗੁਰਦੁਆਰਾ ਚੋਣ ਲੜਨ ਤੋਂ ਰੋਕਣ ਵਾਸਤੇ ਸਰਕਾਰ ਤੋਂ ਜਾਂ ਕਿਸੇ ਕਮਿਸ਼ਨ ਤੋਂ ਜਾਂ ਅਦਾਲਤ ਤੋਂ ਰੋਕ ਲਗਵਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਡੰਡੀ ਕਿ ਇਸ ਨਾਲ ਪੰਥ ਦੇ ਮਸਲੇ ਹੱਲ ਹੋ ਜਾਣਗੇ। ਪ੍ਰਸ਼ਨ ਚਿੰਨ੍ਹ ਦਾਸ ਲੇਖਕ ਬਾਦਲ ਦਲ ਦੀ ਕਿਸੇ ਵੀ ਗੱਲ ਨਾਲ ਰਤਾ ਮਾਸਾ ਵੀ ਸਹਿਮਤ ਨਹੀਂ ਅਤੇ ਇਹ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਬਾਦਲ ਦਲ ਨੇ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਡੰਡੀ, ਜਿਸ ਦੀ ਭਰਪਾਈ ਬੜਾ ਹੀ ਮੁਸ਼ਕਲ ਕੰਮ ਹੈ ਡੰਡੀ। ਪਰੰਤੂ ਇਹ ਵੀ ਕਿੱਥੋਂ ਦੀ ਸਿਆਣਪ ਹੈ ਕਿ ਅਸੀਂ ਆਪਣੇ ਕੌਮੀ ਫੈਸਲਿਆਂ ਵਿੱਚ ਤਾਂ ਸਿਧਾਂਤਾਂ ਵਿੱਚ ਕਿਸੇ ਹਕੂਮਤ ਕਮਿਸ਼ਨ ਜਾਂ ਅਦਾਲਤ ਨੂੰ ਖੁਦ ਦਖਲ ਅੰਦਾਜ਼ੀ ਵਾਸਤੇ ਸੱਦਾ ਦਈਏ। ਪ੍ਰਸ਼ਨ ਚਿੰਨ੍ਹ ਇਹ ਤਾਂ ਆ ਬੈਲ ਮੁਝੇ ਮਾਰ ਜਾਂ ਜਾਂਦੀ ਬਲਾ ਦੁਪਹਿਰ ਕੱਟ ਜਾ ਵਾਲੀ ਕਹਾਵਤ ਵਾਂਗੂ ਸਮਝ ਆਉਂਦੀ ਹੈ ਡੰਡੀ। ਕੱਲ੍ਹ ਨੂੰ ਭਾਰਤੀ ਨਿਜ਼ਾਮ ਕਿਸੇ ਹੋਰ ਧੜੇ ਰਾਹੀਂ ਜਦੋਂ ਚਾਹੇ ਚੰਗੇ ਭਲੇ ਚੱਲਦੇ ਕਾਰਜਾਂ ਨੂੰ ਸਰਕਾਰੀ ਜਾਂ ਅਦਾਲਤੀ ਦਖਲ ਅੰਦਾਜ਼ੀ ਨਾਲ ਜਦੋਂ ਚਾਹੇ ਤੈਸ ਨੈਸ ਕਰ ਸਕਦਾ ਹੈ। ਪ੍ਰਸ਼ਨ ਚਿੰਨ੍ਹ ਪੈਰਾ। ਸਿੱਖ ਨੂੰ ਇਹ ਨਿਰਣਾ ਕਰਨ ਦੀ ਲੋੜ ਹੈ
ਕਿ ਸਾਡਾ ਮਸਲਾ ਸਿਰਫ ਬਾਦਲ ਪਰਿਵਾਰ ਜਾਂ ਬਾਦਲ ਦਲ ਹੈ। ਪ੍ਰਸ਼ਨ ਚਿੰਨ੍ਹ। ਜਿਹੜੇ ਭਾਰਤੀ ਹਕੂਮਤ ਜਾਂ ਦੁਨਿਆਵੀ ਅਦਾਲਤ ਤੋਂ ਆਪਣੀ ਕਿਸਮਤ ਦਾ ਫੈਸਲਾ ਕਰਵਾਉਣ ਜਾ ਰਹੇ ਹਨ ਜਾਂ ਸੋਚ ਰਹੇ ਹਨ ਡੰਡੀ ਕਿ ਉਹਨਾਂ ਨੇ ਪੰਥ ਦੀ ਅਦਾਲਤ ਵਿੱਚ ਨਹੀਂ ਜਾਣਾ ਹੈ। ਪ੍ਰਸ਼ਨ ਚਿੰਨ੍ਹ। ਜਦੋਂ ਤੱਕ ਅਸੀਂ ਸਿੱਖਾਂ ਨੂੰ ਸਮਝਾ ਹੀ ਨਹੀਂ ਸਕਦੇ ਕਿ ਪੰਥ ਕੀ ਹੈ। ਪ੍ਰਸ਼ਨ ਚਿੰਨ੍ਹ। ਮੀਰੀ ਪੀਰੀ ਕੀ ਹੈ। ਪ੍ਰਸ਼ਨ ਚਿੰਨ੍ਹ। ਗੁਰੂ ਸਿਧਾਂਤ ਕੀ ਹਨ। ਪ੍ਰਸ਼ਨ ਚਿੰਨ੍ਹ। ਪੰਥ ਦੇ ਮੁੱਦੇ ਕੀ ਹਨ। ਪ੍ਰਸ਼ਨ ਚਿੰਨ੍ਹ। ਸਾਡੇ ਮੁਫਾਦ ਕਿਸ ਨਾਲ ਸਾਂਝੇ ਹਨ ਜਾਂ ਅਸੀਂ ਮੁਫਾਦਾਂ ਅਤੇ ਮੁੱਦਿਆਂ ਦੇ ਸਨਮੁਖ ਕਿਸੇ ਨਾਲ ਕਿੱਥੋਂ ਤੱਕ ਕਦਮ ਮਿਲਾ ਕੇ ਤੁਰਨਾ ਹੈ। ਪ੍ਰਸ਼ਨ ਚਿੰਨ੍ਹ। ਉਦੋਂ ਤੱਕ ਸਾਡਾ ਕੁਝ ਨਹੀਂ ਸੰਵਰ ਸਕਦਾ ਡੰਡੀ। ਅੱਜ ਮੰਨਿਆ ਕਿ ਬਾਦਲ ਦਾ ਰਸਤਾ ਰੋਕ ਲਿਆ ਜਾਵੇਗਾ ਡੰਡੀ, ਪਰੰਤੂ ਕਿੰਨੇ ਸਮੇਂ ਵਾਸਤੇ। ਪ੍ਰਸ਼ਨ ਚਿੰਨ੍ਹ। ਉਹ ਆਪਣੇ ਵਿੱਚੋਂ ਹੀ ਇੱਕ ਗਰੁੱਪ ਧਾਰਮਿਕ ਬਣਾ ਲੈਣਗੇ ਅਤੇ ਦੂਜਾ ਰਾਜਸੀ ਪਾਰਟੀ ਰਹੇਗਾ। ਇੱਕ ਦੂਜੇ ਦੀ ਮਦਦ ਕਰਨ ਤੋਂ ਤਾਂ ਅਸੀਂ ਰੋਕ ਨਹੀਂ ਸਕਾਂਗੇ, ਨਾ ਕਿਸੇ ਨੂੰ ਸਟੇਜ ਉੱਤੇ ਬੋਲਣ ਜਾਂ ਕਿਧਰੇ ਫੋਟੋ ਆਦਿਕ ਲਾਉਣ ਤੋਂ ਰੋਕ ਸਕਾਂਗੇ। ਪ੍ਰਸ਼ਨ ਚਿੰਨ੍ਹ। ਫਿਰ ਇੰਨੀ ਮਿਹਨਤ ਦਾ ਫਾਇਦਾ ਕੀ ਹੋਇਆ ਅਤੇ ਕਿਸ ਨੂੰ ਹੋਇਆ। ਪ੍ਰਸ਼ਨ ਚਿੰਨ੍ਹ। ਸਾਨੂੰ ਸੁਧਾਰਵਾਦੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ। ਮੀਰੀ ਪੀਰੀ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਡ ਅੱਡ ਕਰਨ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ ਡੰਡੀ। ਇਸ ਨਾਲ ਕੌਮ ਕਮਜ਼ੋਰ ਹੋਵੇਗੀ ਡੰਡੀ। ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਕੁਝ ਐਵੇਂ ਨਹੀਂ ਬਣਾਇਆ ਸੀ ਡੰਡੀ। ਅੱਜ ਅਸੀਂ ਗੁਰੂ ਸਾਹਿਬ ਤੋਂ ਵੀ ਸਿਆਣੇ ਹੋ ਗਏ ਲੱਗਦੇ ਹਾਂ ਕਿ ਇਸ ਸਿਧਾਂਤ ਨੂੰ ਤੋੜਨ ਨੂੰ ਕਾਲੇ ਹੋਏ ਪਏ ਹਾਂ। ਪ੍ਰਸ਼ਨ ਚਿੰਨ੍ਹ। ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਚਾਹੀਦਾ ਹੈ ਡੰਡੀ। ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਕੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਤੁਰਨ ਦੇ ਕਾਬਲ ਬਣਨਾ ਚਾਹੀਦਾ ਹੈ ਡੰਡੀ। ਜੇ ਅਸੀਂ ਇਸ ਤਰ੍ਹਾਂ ਦੀ ਗਲਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਗੁਰਦੁਆਰਾ ਚੋਣਾਂ ਤੋਂ ਬਾਹਰ ਕਰ ਬੈਠੇ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਸਰਕਾਰ ਸੰਪਰਦਾਇਆਂ ਅਤੇ ਸਿੱਖ ਡੇਰੇਦਾਰਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਉੱਤੇ ਸਹਿਜੇ ਹੀ ਕਰਵਾ ਦੇਵੇਗੀ ਡੰਡੀ। ਫਿਰ ਇੱਕ ਨਹੀਂ ਅਨੇਕਾਂ ਨਰੈਣੂ ਪੈਦਾ ਕੀਤੇ ਜਾਣਗੇ। ਗੁਰਦੁਆਰਿਆਂ ਦੀ ਗੋਲਕ ਵਾਲੀ ਮਾਇਆ ਨੂੰ ਖੁੱਲ੍ਹੇ ਅਤੇ ਸਿੱਧੇ ਰੂਪ ਵਿੱਚ ਸਿੱਖਾਂ ਦੇ ਜੜੀ ਤੇਲ ਦੇਣ ਵਾਸਤੇ ਵਰਤਿਆ ਜਾਵੇਗਾ। ਪ੍ਰਸ਼ਨ ਚਿੰਨ੍ਹ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਅੱਜ ਬਾਦਲ ਕਾਬਜ਼ ਹੈ ਡੰਡੀ। ਜਦੋਂ ਸਾਡੇ ਦਿਮਾਗ ਵਿੱਚ ਬਾਦਲ ਫੋਬੀਆ ਨਿਕਲ ਗਿਆ ਅਤੇ ਅਸੀਂ ਬੰਦਿਆਂ ਨੂੰ ਛੱਡ ਕੇ ਪੰਥ ਬਾਰੇ ਸੋਚਣਾ ਆਰੰਭ ਕਰ ਦਿੱਤਾ ਤਾਂ ਫਿਰ ਜਾਂ ਤਾਂ ਬਾਦਲ ਨੂੰ ਵੀ ਸੁਧਰਨਾ ਪਵੇਗਾ ਜਾਂ ਫਿਰ ਸਿੱਖ ਉਸ ਨੂੰ ਨਕਾਰ ਕੇ ਆਪਣਾ ਮੁੱਲਾ ਕੋਈ ਨਵਾਂ ਲੱਭ ਲੈਣਗੇ ਡੰਡੀ। ਪਰੰਤੂ ਇੱਕ ਬਾਦਲਾਂ ਦੀ ਰੰਜਿਸ਼ ਪਿੱਛੇ ਜਾਂ ਆਪਣੇ ਹਮਜੋਲੀਆਂ ਦਾ ਕਬਜ਼ਾ ਕਰਵਾਉਣ ਬਦਲੇ ਹਕੂਮਤ ਜਾਂ ਅਦਾਲਤਾਂ ਦੀ ਸਿੱਧੀ ਦਖਲ ਦਾ ਰਸਤਾ ਆਪਣੇ ਹੱਥੀਂ ਨਾ ਖੋਲ੍ਹੋ। ਪ੍ਰਸ਼ਨ ਚਿੰਨ੍ਹ। ਇਸ ਕਰਕੇ ਮੇਰੀ ਕੌਮ ਨੂੰ ਸੁਨੇਹਾ ਹੈ ਕਿ ਸਿੱਖ ਪੰਥਕ ਮਾਮਲਿਆਂ ਵਿੱਚ ਹਕੂਮਤੀ ਜਾਂ ਅਦਾਲਤੀ ਦਖਲ ਤੋਂ ਸਾਵਧਾਨ ਰਹਿਣ। ਗੁਰੂ ਰਾਖਾ ਡੰਡੀ।
ਇੱਕ ਸਮਾਂ ਹੁੰਦਾ ਸੀ ਜਦੋਂ ਸਾਰਾ ਪਰਿਵਾਰ ਮਿਲ ਕੇ ਜ਼ਮੀਨ 'ਤੇ ਬੈਠ ਕੇ ਭੋਜਨ ਕਰਦਾ ਸੀ ਡੰਡੀ। ਹੁਣ ਤਾਂ ਸਮਾਂ ਇੰਨਾ ਬਦਲ ਗਿਆ ਹੈ ਕਿ ਪਰਿਵਾਰਕ ਜੀਆਂ ਕੋਲ ਇੱਕ ਦਿਨ ਵਿੱਚ ਇੱਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ ਡੰਡੀ। ਨਾਲ ਹੀ ਅੱਜ ਕੱਲ੍ਹ ਉਹ ਸਮਾਂ ਕਿੱਥੇ ਹੈ ਕਿ ਕੋਈ ਜ਼ਮੀਨ 'ਤੇ ਬੈਠ ਕੇ ਖਾਣਾ ਖਾਵੇ ਡੰਡੀ। ਅੱਜ ਦੇ ਬੱਚਿਆਂ ਨੂੰ ਤਾਂ ਬਸ ਬੈੱਡ 'ਤੇ ਜਾਂ ਫਿਰ ਡਾਈਨਿੰਗ ਟੇਬਲ 'ਤੇ ਭੋਜਨ ਦਿਓ ਡੰਡੀ। ਜੇ ਉਹਨਾਂ ਨੂੰ ਹੇਠਾਂ ਬੈਠਣ ਲਈ ਕਿਹਾ ਜਾਵੇ ਤਾਂ ਬੱਚੇ 100 ਮੁਸੀਬਤਾਂ ਗਿਣਾ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਡੰਡੀ। ਆਓ ਜਾਣਦੇ ਹਾਂ ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਦੇ ਫਾਇਦਿਆਂ ਬਾਰੇ ਡੰਡੀ। ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਸਹੀ ਹੁੰਦਾ ਹੈ ਡੰਡੀ। ਜਦੋਂ ਅਸੀਂ ਜ਼ਮੀਨ 'ਤੇ ਬੈਠਦੇ ਹਾਂ ਇਸ ਨਾਲ ਅਸੀਂ ਇੱਕਦਮ ਸਿੱਧੇ ਹੋ ਕੇ ਬੈਠਦੇ ਹਾਂ, ਜਿਸ ਨਾਲ ਸਾਡੇ ਸਰੀਰ ਦਾ ਆਕਾਰ ਸਹੀ ਹੁੰਦਾ ਹੈ ਡੰਡੀ। ਜਦੋਂ ਤੁਸੀਂ ਇੱਕਦਮ ਸਹੀ ਤਰੀਕੇ ਨਾਲ ਬੈਠਦੇ ਹੋ ਤਾਂ ਇਸ ਨਾਲ ਸਰੀਰ ਵਿੱਚ ਖੂਨ ਦਾ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ ਡੰਡੀ। ਇਸ ਤੋਂ ਇਲਾਵਾ ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਡੰਡੀ। ਇਹ ਤੁਹਾਨੂੰ ਸ਼ਾਇਦ ਸੁਣਨ ਵਿੱਚ ਅਜੀਬ ਲੱਗੇ ਪਰ ਇਸ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਇਸ ਨਾਲ ਖੂਨ ਸਰਕੂਲੇਸ਼ਨ ਵੀ ਵੱਧਦਾ ਹੈ ਡੰਡੀ। ਜ਼ਮੀਨ 'ਤੇ ਬੈਠ ਕੇ ਤੁਸੀਂ ਅਣਜਾਣੇ ਵਿੱਚ ਯੋਗਾ ਕਰ ਲੈਂਦੇ ਹੋ, ਜਿਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ਡੰਡੀ ਭਰਾ। ਜੇਕਰ ਤੁਹਾਡਾ ਭੋਜਨ ਹਜਮ ਨਹੀਂ ਹੁੰਦਾ ਜਾਂ ਪੇਟ ਖਰਾਬ ਰਹਿੰਦਾ ਹੈ ਤਾਂ ਇਸ ਤੋਂ ਵਧੀਆ ਹੱਲ ਹੋਰ ਕੋਈ ਨਹੀਂ ਹੋ ਸਕਦਾ ਡੰਡੀ। ਜੇ ਤੁਸੀਂ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਮੀਨ 'ਤੇ ਬੈਠ ਕੇ ਭੋਜਨ ਖਾਣਾ ਚਾਹੀਦਾ ਹੈ ਡੰਡੀ। ਜਦੋਂ ਤੁਸੀਂ ਬਿਸਤਰੇ 'ਤੇ ਬੈਠਦੇ ਹੋ ਜਾਂ ਜਦੋਂ ਤੁਸੀਂ ਡਾਈਨਿੰਗ ਟੇਬਲ 'ਤੇ ਬੈਠਦੇ ਹੋ ਤਾਂ ਤੁਸੀਂ ਇੱਕੋ ਪੋਜ਼ ਵਿੱਚ ਰਹਿੰਦੇ ਹੋ, ਪਰ ਜ਼ਮੀਨ 'ਤੇ ਖਾਣਾ ਖਾਣ ਵੇਲੇ ਤੁਸੀਂ ਥਾਲੀ ਵੱਲ ਝੁਕਦੇ ਹੋ ਅਤੇ ਫਿਰ ਪਿੱਛੇ ਹੁੰਦੇ ਹੋ ਡੰਡੀ। ਅਜਿਹੇ ਵਿੱਚ ਤੁਹਾਡੀ ਪਾਚਨ ਸ਼ਕਤੀ ਵੀ ਵਧੀਆ ਹੁੰਦੀ ਹੈ ਡੰਡੀ। ਜ਼ਮੀਨ 'ਤੇ ਬੈਠਣ ਨਾਲ ਨਾੜੀਆਂ ਵਿੱਚ ਖਿਚਾਅ ਆਉਂਦਾ ਹੈ ਡੰਡੀ। ਇਸ ਨਾਲ ਖੂਨ ਦਾ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ, ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਡੰਡੀ। ਦਿਲ ਦੇ ਮਰੀਜ਼ਾਂ ਲਈ ਤਾਂ ਇਹ ਤਰੀਕਾ ਸਭ ਤੋਂ ਵਧੀਆ ਹੈ ਡੰਡੀ। ਭਾਰ ਅਤੇ ਪਾਚਨ ਪ੍ਰਕਿਰਿਆ ਦਾ ਆਪਸ ਵਿੱਚ ਕੁਨੈਕਸ਼ਨ ਹੈ ਅਤੇ ਇਸ ਨਾਲ ਤੁਹਾਡਾ ਪਾਚਨ ਸਹੀ ਹੁੰਦਾ ਹੈ, ਜਿਸ ਨਾਲ ਤੁਹਾਡਾ ਭਾਰ ਕੰਟਰੋਲ ਵਿੱਚ ਹੁੰਦਾ ਹੈ ਡੰਡੀ। ਇਸ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਭੋਜਨ ਦਾ ਸਮਾਨ ਲੈਣ ਲਈ ਤੁਹਾਨੂੰ ਉੱਠਣਾ ਬੈਠਣਾ ਪੈਂਦਾ ਹੈ, ਜਿਸ ਨਾਲ ਤੁਹਾਡੀ ਕਸਰਤ ਵੀ ਹੋ ਜਾਂਦੀ ਹੈ ਡੰਡੀ। ਅਜਿਹੇ ਵਿੱਚ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਡੰਡੀ। ਤੁਸੀਂ ਕਿੰਨੀ ਵਾਰ ਦੇਖਿਆ ਹੋਵੇਗਾ ਕਿ ਅੱਜ ਦੇ ਬੱਚੇ ਜਦੋਂ ਵੀ ਜ਼ਮੀਨ 'ਤੇ ਬੈਠਦੇ ਹਨ ਤਾਂ ਉਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜ਼ਮੀਨ 'ਤੇ ਬੈਠਣ ਨਾਲ ਤੁਹਾਡੇ ਸਰੀਰ ਨੂੰ ਇੱਕ ਕੁਦਰਤੀ ਤਾਕਤ ਮਿਲਦੀ ਹੈ, ਜਿਸ ਨਾਲ ਤੁਹਾਡੇ ਮਸਲਜ਼ ਵੀ ਮਜ਼ਬੂਤ ਹੁੰਦੇ ਹਨ ਡੰਡੀ। ਸਟਾਰਟ। ਖੀਰੇ ਦੀ ਵਰਤੋਂ ਸਾਡੀ ਸਿਹਤ ਲਈ ਕਈ
ਪੱਖਾਂ ਤੋਂ ਮਹੱਤਵਪੂਰਨ ਹੈ। ਡੰਡੀ ਖੀਰਾ ਵਿਟਾਮਿਨ ਸੀ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਖੀਰੇ ਦੀ ਵਰਤੋਂ ਫੇਸ ਪੈਕ ਬਣਾਉਣ ਲਈ ਕੀਤੀ ਜਾ ਸਕਦੀ ਹੈ। ਡੰਡੀ ਖੀਰੇ ਵਿੱਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਡੰਡੀ ਖੀਰਾ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਡੰਡੀ ਚਿਹਰੇ 'ਤੇ ਖੀਰਾ ਲਗਾਉਣ ਨਾਲ ਸੋਜ, ਮੁਹਾਸੇ ਦੂਰ ਹੋ ਜਾਂਦੇ ਹਨ। ਡੰਡੀ ਖੀਰੇ ਵਿੱਚ 96% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦੇਣ ਵਿੱਚ ਮਦਦ ਕਰਦਾ ਹੈ। ਡੰਡੀ ਜੇਕਰ ਤੁਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਚਮੜੀ 'ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਿਤ ਤੌਰ 'ਤੇ ਇਸ ਫੇਸ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੰਡੀ ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਛਿੱਲ ਲਓ। ਡੰਡੀ ਹੁਣ ਇਸ ਨੂੰ ਫਿਲਟਰ ਕਰੋ ਅਤੇ ਇਸ ਵਿੱਚੋਂ ਰਸ ਕੱਢ ਲਓ। ਡੰਡੀ ਇਸ ਨੂੰ ਚਿਹਰੇ 'ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲਓ। ਡੰਡੀ ਹੁਣ ਇਸ ਨੂੰ 15 ਮਿੰਟ ਲਈ ਚਿਹਰੇ 'ਤੇ ਲਗਾਓ। ਡੰਡੀ ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਜਾਂ ਕੋਸੇ ਪਾਣੀ ਨਾਲ ਧੋ ਲਵੋ। ਡੰਡੀ ਪਰਾ ਖੁਸ਼ਕ ਚਮੜੀ ਲਈ ਖੀਰੇ ਦਾ ਫੇਸ ਪੈਕ ਬਹੁਤ ਫਾਇਦੇਮੰਦ ਹੁੰਦਾ ਹੈ। ਡੰਡੀ ਖੀਰੇ ਦੇ ਨਾਲ ਨਾਲ ਐਲੋਵੀਰਾ ਵੀ ਚਮੜੀ ਨੂੰ ਹਾਈਡਰੇਟ ਕਰਦਾ ਹੈ। ਡੰਡੀ ਖੀਰੇ ਦੇ ਰਸ ਵਿੱਚ 2 ਚਮਚ ਐਲੋਵੀਰਾ ਜੈਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਡੰਡੀ ਇਹ ਫੇਸ ਮਾਸਕ ਲਗਾ ਕੇ ਚਿਹਰੇ ਦੀ ਹਲਕੀ ਹਲਕੀ ਮਾਲਿਸ਼ ਕਰੋ। ਡੰਡੀ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ 'ਤੇ ਰਹਿਣ ਦਿਓ। ਡੰਡੀ ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਡੰਡੀ ਇਹ ਮਾਸਕ ਮੁਹਾਸਿਆਂ ਵਾਲੀ ਥਾਂ ਲਈ ਬਹੁਤ ਵਧੀਆ ਹੁੰਦਾ ਹੈ। ਡੰਡੀ ਖੀਰੇ ਵਿੱਚ ਐਸਟ੍ਰਿਏਂਟ ਗੁਣ ਹੁੰਦੇ ਹਨ, ਜਦੋਂ ਕਿ ਓਟਮੀਲ ਚਮੜੀ ਨਾਲ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਉਸ ਨੂੰ ਐਕਸਫਲੋਰਾਈਟ ਕਰਨ ਵਿੱਚ ਮਦਦ ਕਰਦਾ ਹੈ। ਡੰਡੀ ਸ਼ਹਿਦ ਚਮੜੀ ਵਿਚਲੇ ਬੈਕਟੀਰੀਆ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦਾ ਹੈ। ਡੰਡੀ ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਦਾ ਰਸ ਕੱਢ ਲਓ। ਡੰਡੀ ਹੁਣ ਇਸ ਵਿੱਚ 1 ਚਮਚ ਓਟਮੀਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਡੰਡੀ ਹੁਣ ਇਸ ਵਿੱਚ 1 ਚਮਚਾ ਸ਼ਹਿਦ ਮਿਲਾਓ ਅਤੇ ਇਸ ਦਾ ਪੇਸਟ ਬਣਾ ਲਓ। ਡੰਡੀ ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਉਂਗਲਾਂ ਨਾਲ ਮਾਲਿਸ਼ ਕਰੋ। ਡੰਡੀ ਇਸ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ 'ਤੇ ਲਗਾਓ ਅਤੇ ਬਾਅਦ ਵਿੱਚ ਮੂੰਹ ਨੂੰ ਕੋਸੇ ਪਾਣੀ ਨਾਲ ਧੋ ਲਓ। ਡੰਡੀ ਅੱਜ ਦੀਆਂ ਔਰਤਾਂ ਚਾਹੇ ਹਰ ਖੇਤਰ ਵਿੱਚ ਨਾਮ ਕਮਾ ਰਹੀਆਂ ਹਨ, ਪਰ ਸੁਭਾਅ ਵਿੱਚ ਕੇਅਰਿੰਗ ਅਤੇ ਭਾਵੁਕ ਹੋਣ ਕਾਰਨ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣਿਆਂ ਦਾ ਖਿਆਲ ਰੱਖਣਾ ਚੰਗਾ ਲੱਗਦਾ ਹੈ। ਡੰਡੀ ਪਰ ਇਸ ਕਾਰਨ ਉਹ ਆਪਣੀ ਸਿਹਤ ਨੂੰ ਕਈ ਵਾਰ ਨਜ਼ਰਅੰਦਾਜ਼ ਕਰ ਬੈਠਦੀਆਂ ਹਨ। ਡੰਡੀ ਅਜਿਹੇ ਵਿੱਚ ਉਹਨਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੰਡੀ ਪਰ ਦੂਜਿਆਂ ਦੇ ਨਾਲ ਆਪਣੀ ਸਿਹਤ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਡੰਡੀ ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਔਰਤਾਂ ਨੂੰ ਹੋਣ ਵਾਲੀਆਂ ਕੁਝ ਗੰਭੀਰ ਬਿਮਾਰੀਆਂ ਅਤੇ ਉਹਨਾਂ ਦੇ ਲੱਛਣ ਬਾਰੇ ਦੱਸਦੇ ਹਾਂ। ਡੰਡੀ ਛਾਤੀ ਦਾ ਕੈਂਸਰ ਇਹ ਛਾਤੀ ਦੇ ਸੈੱਲਾਂ ਵਿੱਚ ਹੋਣ ਵਾਲਾ ਟਿਊਮਰ ਹੈ। ਡੰਡੀ ਇਹ ਆਲੇ ਦੁਆਲੇ ਦੇ ਟਿਸ਼ੂਆਂ ਵਿੱਚ ਹੌਲੀ ਹੌਲੀ ਵੱਧ ਕੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ
ਵਿੱਚ ਫੈਲ ਸਕਦਾ ਹੈ। ਡੰਡੀ। ਇੱਕ ਖੋਜ ਅਨੁਸਾਰ 2018 ਵਿੱਚ ਲਗਭਗ 468 ਔਰਤਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋਈਆਂ। ਡੰਡੀ। ਪਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸ ਨੂੰ ਕੰਟਰੋਲ ਕਰਕੇ ਬਚਿਆ ਜਾ ਸਕਦਾ ਹੈ। ਡੰਡੀ। ਦਿਲ ਦੀਆਂ ਬਿਮਾਰੀਆਂ। ਮਾਹਿਰਾਂ ਅਨੁਸਾਰ ਔਰਤਾਂ ਨੂੰ ਕਿਸੇ ਵੀ ਉਮਰ ਵਿੱਚ ਦਿਲ ਦਾ ਦੌਰਾ ਆ ਸਕਦਾ ਹੈ। ਡੰਡੀ। ਇਸ ਪਿੱਛੇ ਦਾ ਕਾਰਨ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਡੰਡੀ। ਇੱਕ ਖੋਜ ਅਨੁਸਾਰ ਅੱਜ ਭਾਰਤੀ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਡੰਡੀ। ਇਸ ਤੋਂ ਇਲਾਵਾ ਹਰ 3 ਵਿੱਚੋਂ 1 ਔਰਤ ਦੀ ਮੌਤ ਦਾ ਕਾਰਨ ਦਿਲ ਦੀ ਬਿਮਾਰੀ ਨੂੰ ਮੰਨਿਆ ਜਾਂਦਾ ਹੈ। ਡੰਡੀ। ਇਸ ਲਈ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਡੰਡੀ। ਦਿਲ ਦੀ ਬਿਮਾਰੀ ਦੇ ਲੱਛਣ ਜਬਾੜੇ, ਮੋਢੇ, ਗਰਦਨ, ਪਿੱਠ ਤੇ ਉੱਪਰੀ ਪਾਸੇ ਜਾਂ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਹੋਣਾ, ਵਾਰ-ਵਾਰ ਪਸੀਨਾ ਆਉਣਾ, ਸਿਰ ਦਰਦ, ਚੱਕਰ ਆਉਣੇ, ਉਲਟੀ ਜਾਂ ਜੀ ਮਚਲਾਉਣਾ, ਆਲਸ, ਥੱਕੇ ਮਹਿਸੂਸ ਹੋਣਾ, ਤੇਜ਼ ਸਿਰ ਦਰਦ ਕਾਰਨ ਚੱਕਰ ਆਉਣੇ, ਸਾਹ ਦੀਆਂ ਸਮੱਸਿਆਵਾਂ, ਸਰੀਰ ਵਿੱਚ ਹਰ ਸਮੇਂ ਦਰਦ ਮਹਿਸੂਸ ਹੋਣਾ। ਡੰਡੀ। ਅਜਿਹੇ ਵਿੱਚ ਇਹਨਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗਲਤੀ ਨਾ ਕਰੋ। ਡੰਡੀ। ਪੈਰਾ। ਅਨੀਮੀਆ। ਰੋਜ਼ਾਨਾ ਡਾਈਟ ਵਿੱਚ ਆਇਰਨ ਦੀ ਕਮੀ ਹੋਣ ਨਾਲ ਖੂਨ ਵਧਾਉਣ ਵਿੱਚ ਮੁਸ਼ਕਲ ਆਉਂਦੀ ਹੈ। ਡੰਡੀ। ਅਜਿਹੇ ਵਿੱਚ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਡੰਡੀ। ਇਸ ਤੋਂ ਇਲਾਵਾ ਆਮ ਦਿਨ ਦੀ ਬਜਾਏ ਜ਼ਿਆਦਾ ਦਿਨ ਤੱਕ ਪੀਰੀਅਡਸ ਹੋਣ ਨਾਲ ਵੀ ਖੂਨ ਦੀ ਕਮੀ ਹੋਣ ਲੱਗਦੀ ਹੈ। ਡੰਡੀ। ਅਨੀਮੀਆ ਦੇ ਲੱਛਣ ਕੋਈ ਭਾਰੀ ਕੰਮ ਕੀਤੇ ਬਿਨਾਂ ਵੀ ਆਲਸ, ਕਮਜ਼ੋਰੀ ਅਤੇ ਥਕਾਵਟ ਰਹਿਣੀ, ਸਾਹ ਨਾਲ ਜੁੜੀਆਂ ਸਮੱਸਿਆਵਾਂ ਰਹਿਣਾ, ਸਰੀਰ ਦੇ ਰੰਗ ਬਦਲ ਕੇ ਪੀਲਾ ਹੋ ਜਾਣਾ, ਜ਼ਿਆਦਾ ਠੰਡ ਮਹਿਸੂਸ ਹੋਣੀ, ਸਰੀਰ ਦੀ ਇਮਿਊਨਿਟੀ ਘੱਟ ਹੋਣ ਨਾਲ ਜਲਦੀ ਹੀ ਬਿਮਾਰੀਆਂ ਦੀ ਚਪੇਟ ਵਿੱਚ ਆਉਣਾ, ਚੱਕਰ ਆਉਣੇ ਤੋਂ ਇਲਾਵਾ ਕਮਜ਼ੋਰੀ, ਸਿਰ ਦਰਦ, ਬੇਹੋਸ਼ੀ। ਡੰਡੀ। ਸਰੀਰ ਵਿੱਚ ਅਜਿਹੇ ਲੱਛਣ ਦਿਸਣ 'ਤੇ ਬਿਨਾਂ ਕਿਸੇ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡੰਡੀ। ਜਦੋਂ ਵੀ ਪੰਜਾਬ ਦਾ ਨਾਂ ਕਿਸੇ ਪਾਸੇ ਆਉਂਦਾ ਹੈ ਤਾਂ ਉਸ ਨਾਲ ਆਪਣੇ ਆਪ ਹੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਆਦਿ ਜੁੜ ਜਾਂਦੀ ਹੈ। ਡੰਡੀ। ਪੰਜਾਬੀ ਸਾਡੇ ਪੰਜਾਬ ਦੀ ਮਾਂ ਬੋਲੀ ਹੈ ਅਤੇ ਪੰਜਾਬੀ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਦੂਰ ਤੱਕ ਫੈਲੇ ਹੋਏ ਹਨ। ਡੰਡੀ। ਪੰਜਾਬੀ ਮਾਂ ਬੋਲੀ ਲਈ ਅਨੇਕਾਂ ਅਦਾਰੇ, ਸ਼ਖਸੀਅਤਾਂ ਹੋਰ ਸਦਾ ਹੀ ਮਾਂ ਬੋਲੀ ਦੀ ਤਰੱਕੀ ਲਈ ਉਪਰਾਲੇ ਕਰਦੇ ਨਜ਼ਰ ਆਉਂਦੇ ਹਨ। ਡੰਡੀ। ਜੇ ਪੰਜਾਬੀ ਮਾਂ ਬੋਲੀ ਵਾਲੇ ਮਸਲੇ ਉੱਤੇ ਮੌਜੂਦਾ ਸਮੇਂ ਦੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਡੰਡੀ। ਅਕਸਰ ਹੀ ਦੇਖਦੇ ਹਾਂ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵਿਸ਼ੇਸ਼ ਪ੍ਰੈਸ ਕਾਨਫਰੰਸ ਜਾਂ ਹੋਰ ਕਿਸੇ ਖਾਸ ਜਗ੍ਹਾ ਤੋਂ ਇਲਾਵਾ ਪੰਜਾਬ
ਵਿਧਾਨ ਸਭਾ ਵਿੱਚ ਆਪਣਾ ਭਾਸ਼ਣ ਬੋਲਦੇ ਹਨ ਤਾਂ ਉਹ ਵੱਧ ਤੋਂ ਵੱਧ ਅੰਗਰੇਜ਼ੀ ਨੂੰ ਹੀ ਤਰਜੀਹ ਦਿੰਦੇ ਹਨ। ਡੰਡੀ ਮੁੱਖ ਮੰਤਰੀ ਸਾਹਿਬ ਦੀ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ, ਆਪਾਂ ਸਾਰੇ ਹੀ ਦੇਖਦੇ ਪੜ੍ਹਦੇ ਸੁਣਦੇ ਹਾਂ। ਡੰਡੀ ਉਸ ਤੋਂ ਵੀ ਵੱਡਾ ਦੁੱਖ ਇਹ ਹੁੰਦਾ ਹੈ ਕਿ ਜਦੋਂ ਮੁੱਖ ਮੰਤਰੀ ਜੀ ਬੋਲਦੇ ਹਨ ਤਾਂ ਉਹਨਾਂ ਦੇ ਨਾਲ ਮੰਤਰੀ ਮੰਡਲ ਜਾਂ ਹੋਰ ਕਾਂਗਰਸੀ ਆਗੂ ਵਿਚਰਦੇ ਹਨ ਤਾਂ ਉਹ ਮੁੱਖ ਮੰਤਰੀ ਨੂੰ ਪੰਜਾਬੀ ਭਾਸ਼ਾ ਪ੍ਰਤੀ ਬਿਲਕੁਲ ਵੀ ਕੁਝ ਨਹੀਂ ਕਹਿੰਦੇ। ਹਾਲਾਂਕਿ ਜਦੋਂ ਕੋਈ ਵੀ ਇਨਸਾਨ ਇਸ ਤਰ੍ਹਾਂ ਕਰੇ ਤਾਂ ਨਾਲ ਦੇ ਬੰਦੇ ਦਾ ਫਰਜ਼ ਉਸ ਨੂੰ ਰੋਕਣਾ ਹੁੰਦਾ ਹੈ, ਪਰ ਕੌਣ ਸਾਹਿਬ ਨੂੰ ਆਖੇ। ਬੀਤੇ ਦਿਨ ਪੰਜਾਬ ਸਰਕਾਰ ਨੇ 4 ਸਾਲ ਪੂਰੇ ਹੋਣ ਉੱਤੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਡੰਡੀ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਜੀ ਨੇ ਆਪਣੀਆਂ ਪ੍ਰਾਪਤੀਆਂ ਜੋ ਸੱਚੀਆਂ ਜਾਂ ਝੂਠੀਆਂ ਹਨ ਜਦੋਂ ਦੱਸਿਆ ਤਾਂ ਅੰਗਰੇਜ਼ੀ ਵਿੱਚ ਹੀ ਬੋਲਣ ਨੂੰ ਤਰਜੀਹ ਦਿੱਤੀ। ਡੰਡੀ ਉਸ ਤੋਂ ਵੀ ਅੱਗੇ ਹੋਰ ਕੰਮ ਖਰਾਬ ਹੋਇਆ ਜਦੋਂ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਨੇ ਪੰਜਾਬ ਸਰਕਾਰ ਦੇ 4 ਸਾਲਾਂ ਪ੍ਰਾਪਤੀਆਂ ਸੰਬੰਧੀ ਜੋ ਕਿਤਾਬਚਾ ਤਿਆਰ ਕੀਤਾ ਉਹ ਵੀ ਸਾਰਾ ਅੰਗਰੇਜ਼ੀ ਵਿੱਚ ਹੀ ਦੇਖਣ ਨੂੰ ਮਿਲਿਆ। ਡੰਡੀ ਉਸ ਕਿਤਾਬ ਦੇ ਸਰਵਰਕ ਉੱਤੇ ਸਿਰਫ 3 ਸ਼ਬਦ ਨਵਾਂ ਨਰੋਆ ਪੰਜਾਬ ਹੀ ਪੰਜਾਬੀ ਵਿੱਚ ਹਨ, ਬਾਕੀ ਸਾਰੇ 67 ਸਫ਼ੇ ਨਰੋਲ ਅੰਗਰੇਜ਼ੀ ਵਿੱਚ ਹੀ ਲਿਖੇ ਹਨ। ਡੰਡੀ ਹੋਰ ਤਾਂ ਹੋਰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਅੰਗਰੇਜ਼ੀ ਵਿੱਚ ਹੈ। ਡੰਡੀ ਇਹ ਸੱਚ ਸਾਹਮਣੇ ਆ ਗਿਆ ਕਿ ਪੰਜਾਬ ਦੇ ਸਾਡੇ ਮੁੱਖ ਮੰਤਰੀ ਹੋਰ ਮੰਤਰੀ ਸੰਤਰੀ ਤੇ ਲੋਕ ਸੰਪਰਕ ਵਿਭਾਗ ਆਦਿ ਦਾ ਪੰਜਾਬੀ ਨਾਲ ਮੋਹ ਕਿੰਨਾ ਕੁ ਹੈ। ਡੰਡੀ ਇਹ ਸਮਝ ਨਹੀਂ ਆ ਰਹੀ ਕਿ ਇਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਕਿਤਾਬਚਾ ਆਖਰ ਪੜ੍ਹਨਾ ਤਾਂ ਪੰਜਾਬ ਦੇ ਪੰਜਾਬੀਆਂ ਨੇ ਹੀ ਹੈ, ਨਾ ਕਿ ਯੂਰਪ ਦੇ ਅੰਗਰੇਜ਼ਾਂ ਨੇ। ਡੰਡੀ ਇਸ ਵਿਸ਼ੇ ਉੱਤੇ ਚੰਡੀਗੜ੍ਹ ਦੇ ਇੱਕ ਸੀਨੀਅਰ ਪੱਤਰਕਾਰ ਨਾਲ ਮੇਰੀ ਗੱਲ ਹੋਈ। ਉਸਨੇ ਕਿਹਾ ਕਿ ਇਸ ਮਸਲੇ ਦਾ ਸਾਰੇ ਪੰਜਾਬੀਆਂ ਵਿੱਚ ਰੋਸ ਹੈ। ਡੰਡੀ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉੱਪਰ ਚਾਹੇ ਕਿਸੇ ਤਰ੍ਹਾਂ ਦੇ ਵੀ ਕੋਈ ਇਲਜ਼ਾਮ ਹਨ ਉਹ ਗੱਲ ਅਲੱਗ ਹੈ, ਪਰ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਬੜੇ ਚੇਤੇ ਆਉਂਦੇ ਹਨ ਜਦੋਂ ਉਹ ਹਰ ਗੱਲਬਾਤ ਤਾਂ ਠੇਠ ਪੰਜਾਬੀ ਵਿੱਚ ਕਰਦੇ ਹੀ ਸਨ, ਸਗੋਂ ਕਿਸੇ ਪ੍ਰੈਸ ਕਾਨਫਰੰਸ ਵਿੱਚ ਵੀ ਪੱਤਰਕਾਰਾਂ ਨਾਲ ਮਾਂ ਬੋਲੀ ਵਿੱਚ ਹਾਸਾ ਠੱਠਾ ਆਮ ਕਰਦੇ ਨਜ਼ਰ ਆਉਂਦੇ ਸਨ। ਡੰਡੀ ਕੈਪਟਨ ਸਾਹਿਬ ਤੇ ਕੀ ਗਿਲਾ ਕਰੀਏ, ਇਹਨਾਂ ਨੇ ਤਾਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਵੇਲੇ ਵੀ ਅੰਗਰੇਜ਼ੀ ਨੂੰ ਹੀ ਤਰਜੀਹ ਦਿੱਤੀ ਤੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਸੀ। ਡੰਡੀ।